ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਗੋਦ ਵਿੱਚ ਅਥਾਹ ਸ਼ਰਧਾ ਦੇ ਨਾਲ ਗੁਰਬਖਸ਼ੀ ਸੰਗਤ ਜੀਓ, ਅਪਾਰ ਕਿਰਪਾ ਸਤਿਗੁਰਾਂ ਦੀ ਹੋਈ ਹੈ। ਕਾਫੀ ਦੇਰ ਤੋਂ ਆਪ ਦੀ ਸੰਗਤ ਦੀਆਂ ਘੜੀਆਂ ਵਿੱਚ ਜੁੜ ਬੈਠੇ ਹੋ। आओ इस समय को सतगुਰਾਂ ਦੇ ਪ੍ਰੇਮ ਦੇ ਵਿੱਚ ਸਫਲਾ ਬਣਾਈਏ। ਇਤਿਹਾਸ ਦੇ ਪਾਵਨ ਅੰਗਾਂ ਤੋਂ ਆਪ ਜੀ ਨੇ ਸਰਵਣ ਕੀਤਾ ਸੀ। ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜਿਨ੍ਹਾਂ ਨੇ ਅੰਮ੍ਰਿਤਮਈ ਸ਼ਬਦਾਂ ਦੁਆਰਾ ਮੁੱਲਾ ਜੀ ਦਾ ਜਿਉਂਦੇ ਜੀ ਨੇ ਸਤਾਰਾ ਕੀਤਾ ਹੈ। ਨਵਾਬ ਦੇ ਪਾਸ ਆ ਕੇ ਮੁੱਲਾ ਜੀ ਆਖਣ ਲੱਗੇ, ਨਵਾਬ ਸਾਹਿਬ ਉਹ ਪੀਰਾਂ ਦੇ ਪੀਰ ਨੇ, ਦੁਨੀਆ ਨੂੰ ਗਿਆਨ ਤੇ ਸੋਝੀ ਬਖਸ਼ਣ ਵਾਲੇ ਨੇ, ਉਹਨਾਂ ਵਿੱਚ ਕਮੀ ਕੋਈ ਨਹੀਂ। ਹੁਣ ਤੱਕ ਅਸੀਂ ਉਹਨਾਂ ਦੀਆਂ ਕਮੀਆਂ ਲੱਭਦੇ ਰਹੇ। ਸਮੇਂ ਦਾ ਨਵਾਬ ਸੁਣ ਕੇ ਬੜਾ ਹੈਰਾਨ ਹੋਇਆ ਵੀ ਫੈਸਲਾ ਕਿਵੇਂ ਕਰਾਂ। ਉਹ ਆਪਣੇ ਵਜ਼ੀਰ ਯਾਰ ਖਾਨ ਨੂੰ ਪੁੱਛਦਾ ਹੈ, ਇੱਕ ਪਾਸੇ ਮੂਲ ਚੰਦ ਸਤਿਗੁਰਾਂ ਦੇ ਸਹੁਰਾ ਸਾਹਿਬ ਆਖਦੇ ਆ ਇਨਸਾਫ ਕਰੋ, ਦੂਜੇ ਪਾਸੇ ਮੌਲਵੀ ਜੀ ਆਖਦੇ ਨੇ ਗੁਰੂ ਨਾਨਕ ਸਾਹਿਬ ਮਹਾਰਾਜ ਚੁਸਤ ਫੁਰਤ ਦਰੁਸਤ ਨੇ, ਹਰ ਚੀਜ਼ ਦੀ ਸੋਝੀ ਰੱਖਦੇ ਆ। ਫਿਰ ਯਾਰ ਖਾਨ ਨੇ ਉਸ ਵੇਲੇ ਸਲਾਹ ਦਿੱਤੀ ਹੈ, ਇੱਕੋ ਹੀ ਸਿੱਟਾ ਕੱਢਿਆ ਜਾ ਸਕਦਾ ਹੈ, ਜੈਰਾਮ ਜੀਆਂ ਨੂੰ ਸਭਾ ਚ ਬਣਾਇਆ। ਇੱਥੋਂ ਤੱਕ ਆਪ ਜੀਆਂ ਨੇ ਪਾਵਨ ਪਵਿੱਤਰ ਪ੍ਰਸੰਗਾਂ ਨੂੰ ਸਰਵਣ ਕੀਤਾ। ਆਓ ਕੁਝ ਕੁ ਸਮਾਂ ਇਕਾਗਰਤਾ ਬਖਸ਼ੋ, ਗੱਜ ਵੱਜ ਕੇ ਪ੍ਰੇਮ ਸਹਿਤ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਮਾਨਵ ਕੈ ਬੈਨ ਨਿਭਾਵਸ ਨੀਜੀਏ, ਬੁਲਵਾ ਹੋਵੇ ਰਾਮ ਬੂਝਤੇ ਲੀਜੀਏ। ਜਿਸ ਵੇਲੇ ਸੁਲਤਾਨਪੁਰ ਲੋਧੀ ਦੇ ਰਾਜਾ ਨਵਾਬ ਦੌਲਤ ਖਾਨ ਆਪਣੀ ਸਭਾ ਦੇ ਵਿੱਚ ਬੈਠੇ ਹੋਏ ਕਿਸੇ ਕਿਨਾਰੇ ਨਹੀਂ ਲੱਗ ਪਾ ਰਹੇ। ਜੇ ਸਮੇਂ ਦਾ ਨਵਾਬ ਕਿਸੇ ਬੜ ਪੱਤਣ ਲੱਗੂ ਤੇ ਇਨਸਾਫ ਕਰੂ। ਉਹ ਆਪਣੇ ਮਿੱਤਰ ਯਾਰ ਖਾਨ ਵਜ਼ੀਰ ਨੂੰ ਪੁੱਛਦਾ ਹੈ, ਸਾਡੇ ਭਰੋਸੇਯੋਗ ਮੌਲਵੀ ਜੀ ਨੇ ਕਹਿ ਦਿੱਤਾ ਗੁਰੂ ਨਾਨਕ ਸਾਹਿਬ ਮਹਾਰਾਜ ਹੋਸ਼ੋ ਹਵਾਸ਼ ਵਿੱਚ ਦੁਨੀਆ ਦੀ ਸਮਝ ਰੱਖਦੇ ਨੇ, ਪਰ ਦੁਨੀਆ ਉਹਨਾਂ ਦੀ ਸਮਝ ਨਹੀਂ ਰੱਖ ਸਕਦੀ। ਮੈਂ ਕੀ ਕਰਾਂ, ਮੈਨੂੰ ਸਮਝ ਨਹੀਂ ਆਉਂਦਾ। ਇੱਕ ਪਾਸੇ ਸਤਿਗੁਰਾਂ ਦੇ ਸਹੁਰਾ ਸਾਹਿਬ ਪਿਤਾ ਸਮਾਨ ਖੜੇ ਰੋ ਰਹੇ ਆ, ਮੇਰੀ ਧੀ ਦੁਖੀ ਹੈ, ਮੇਰੇ ਦੋਤੇ ਪਰੇਸ਼ਾਨ। ਯਾਰ ਖਾ ਕਹਿੰਦਾ ਜੀ
ਕੁਝ ਸੋਚ ਵਿਚਾਰ ਕੇ ਮੈਂ ਸੋਚਦਾ ਵੀ ਗੁਰੂ ਨਾਨਕ ਸਾਹਿਬ ਮਹਾਰਾਜ ਕਦੇ ਵੀ ਆਪਣੇ ਜੀਜਾ ਜੈ ਰਾਮ ਜੀ ਦਾ ਬਚਨ ਨਹੀਂ ਮੋੜਦੇ। ਕਿਉਂ ਨਾ ਭਰੇ ਦਰਬਾਰ ਵਿੱਚ ਉਹਨਾਂ ਨੂੰ ਸੱਦਿਆ ਜਾਏ, ਬੁਲਾਇਆ ਜਾਏ। ਹੋ ਸਕਦਾ ਹੈ ਕੋਈ ਹੱਲ, ਕੋਈ ਨਿਚੋੜ ਭਰੀ ਕਚਹਿਰੀ ਵਿੱਚ ਕੱਟ ਜਾਵਣ। ਜਿਹ ਬਿਦ ਬਦ ਹੈ ਬਦਨ, ਆਪ ਤਿਹ ਬਿਦ ਕਰੋ। ਹੋ ਪਰ ਬਲ ਲੋਭ ਤੁਮ ਨਾਹੀ, ਪਰ ਬਿਤਿੰਗ ਪਰਿਹਰੋ। ਬਾਕੀ ਰਾਜਨ ਤੁਸੀਂ ਆਪ ਸਿਆਣੇ ਹੋ, ਤੁਹਾਨੂੰ ਕਿਸੇ ਮਾਇਆ ਦੇ ਪਦਾਰਥਾਂ ਦਾ ਲੋਭ ਨਹੀਂ ਹੈ। ਤੁਸੀਂ ਈਮਾਨ ਵਿੱਚ ਪੱਕੇ ਹੋ। ਇਸ ਮਾਇਆ ਨੂੰ ਦੇਣਾ ਜਾਂ ਨਾ ਦੇਣਾ ਇਹ ਤੁਹਾਡਾ ਆਪਣਾ ਫੈਸਲਾ ਹੈ, ਤੁਹਾਡੀ ਮਰਜ਼ੀ ਹੈ। ਤੁਸੀਂ ਫਕੀਰਾਂ ਨੂੰ ਵੰਡੋ ਭਾਵੇਂ ਨਾ ਵੰਡੋ, ਇਹ ਮਾਲਕ ਹੋ ਤੁਸੀਂ। ਜਦ ਇਹ ਬਚਨ ਨਵਾਬ ਨੇ ਸੁਣੇ, ਕਹਿੰਦਾ ਯਾਰ ਖਾਂ ਤੂੰ ਤੇ ਮੇਰੇ ਸਿਰ ਤੇ ਹੋਰ ਭਾਰ ਰੱਖ ਦਿੱਤਾ। ਇੰਨਾ ਭਾਰ ਚੁੱਕ ਮੈਂ ਦਰਗਾਹ ਦੇ ਵਿੱਚ ਅੱਲਾ ਦੇ ਸਾਹਮਣੇ ਨਹੀਂ ਖੜ ਸਕਦਾ। ਇਹ 760 ਰੁਪਏ ਨੇ ਨਾ ਜਿਹੜੇ, ਇਹ ਦਰਵੇਸ਼ਾਂ ਦੇ ਨੇ, ਇਹ ਫਕੀਰਾਂ ਦੇ ਨੇ। ਇਹਨਾਂ ਵਿੱਚੋਂ ਇੱਕ ਕੌਡੀ ਮੈਂ ਕੋਲ ਵੀ ਨਹੀਂ ਰੱਖ ਸਕਦਾ। ਨਵਾਬ ਇਸ ਵੇਲੇ ਪਰੇਸ਼ਾਨ ਹੈ, ਚਿੰਤਤ ਹੈ। ਬੜੀ ਹੈਰਾਨੀ ਦੀ ਗੱਲ ਹੈ, ਇਮਾਨਤ ਕਿਸੇ ਦੀ ਕੋਲ ਪਈ ਹੈ, ਉਹ ਵੀ ਉਸ ਫਕੀਰ ਦੀ ਜਿਹੜੇ ਕਹਿੰਦੇ ਤੇਰੀ ਆਪਣੀ ਮਰਜ਼ੀ ਹੈ, ਜਿੱਥੇ ਮਰਜ਼ੀ ਲਾ ਦੀ, ਪਰ ਖੁਦਾ ਜਾਣਦਾ, ਖੁਦਾ ਗਵਾਹ ਹੈ। ਨਵਾਬ ਇਨਸਾਫ ਕਰਨ ਵਿੱਚ ਪਰੇਸ਼ਾਨ ਹੈ ਵੀ ਇਸ ਮਾਇਆ ਨੂੰ ਮੈਂ ਗਲੋਂ ਕਿਵੇਂ ਲਾਹਾਂ। ਤੇ ਇੱਕ ਅੱਜ ਦਾ ਜ਼ਮਾਨਾ ਲੈ ਕੇ ਮੁਕਰ ਕੇ ਲੋਕੀ ਕਹਿੰਦੇ ਦੇਣ ਵਾਲਾ ਕੌਣ ਹੈ। ਫਰਕ ਕਿੰਨਾ ਜੀ। ਹੁਣ ਨਵਾਬ ਸਾਹਿਬ ਦੀਆਂ ਸੋਚਾਂ ਜਦੋਂ ਯਾਰ ਖਾਂ ਨੇ ਜਾਣੀਆਂ, ਉਹਨੇ ਸਿੱਧੀ ਸਪਸ਼ਟ ਗੱਲ ਕਹਿ ਦਿੱਤੀ। ਕਹਿੰਦਾ ਜੀ ਬਹੁਤੇ ਬੈਠ ਚ ਨਾ ਬਹੋ, ਬਹੁਤੀ ਚਿੰਤਾ ਨਾ ਕਰੋ, ਇੱਕ ਵਿਅਕਤੀ ਭੇਜੋ, ਜੈ ਰਾਮ ਜੀ ਫੈਸਲਾ ਕਰਨਗੇ। ਸੁਣ ਮਨ ਮਾਨੇ ਬੈਨ, ਭੌਣ ਮਾਨਵ ਪਠਾ। ਲੀਨੋ ਨਿਕਟ ਹਕਾਰ, ਬੈਠ ਗਇਓ ਮਨ ਟਠਾ। ਜਿਸ ਵੇਲੇ ਜੈ ਰਾਮ ਜੀ ਨੂੰ ਬੁਲਾਉਣ ਵਾਸਤੇ ਇੱਕ ਵਿਅਕਤੀ ਭੇਜਿਆ ਗਿਆ, ਸਤਿਗੁਰਾਂ ਦੇ ਸਹੁਰਾ ਸਾਹਿਬ ਸਭਾ ਦੇ ਵਿੱਚ ਸੀ। ਆਖਣ ਲੱਗੇ ਨਵਾਬ ਸਾਹਿਬ ਆ ਕੀ ਕੀਤਾ ਤੁਸੀਂ? ਜੇ ਫੈਸਲਾ ਜੈ ਰਾਮ ਨੇ ਕਰਨਾ ਸੀ ਤੇ ਫਿਰ ਮੈਨੂੰ ਜਵਾਬ ਕਿਉਂ ਮਿਲਿਆ ਉੱਥੋਂ? ਘਰ ਦੇ ਬੰਦੇ ਫੈਸਲੇ ਕਰ ਸਕਦੇ ਨੇ। ਆਪਣੀਆਂ ਲੱਖਾਂ ਲੜਾਈਆਂ ਹੋਣ, ਜੱਜ ਕਚਹਿਰੀਆਂ ਵਿੱਚ ਜੱਜ ਨੇ ਆਪਣੇ ਘਰਾਂ ਦੇ ਸਿਆਪੇ ਨਹੀਂ ਨਿਬੇੜ ਸਕਦੇ। ਵਕੀਲ ਲੋਕਾਂ ਦੇ ਕੇਸਾਂ 'ਚ ਵਕਾਲਤਾਂ ਕਰ ਸਕਦੇ ਆ, ਫੈਸਲਾ ਕਰ ਸਕਦੇ ਆ, ਪਰ ਆਪਣੀ ਪਤਨੀ, ਆਪਣੇ ਬੱਚੇ, ਆਪਣੇ ਪਰਿਵਾਰ ਦੇ ਮੈਟਰ ਵਿੱਚ ਉਹ ਵੀ ਮੌਨ ਹੋ ਜਾਂਦੇ ਆ, ਨਹੀਂ ਬੋਲ ਸਕਦੇ। ਮੂਲ ਚੰਦ ਕਹਿਣ ਲੱਗੇ ਨਵਾਬ ਸਾਹਿਬ ਇਹ ਤੇ ਫਿਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ। ਇਹ ਗੱਲ ਮੈਂ ਜੈ ਰਾਮ ਦੀਆਂ ਕੋਲ 1 ਮਹੀਨਾ ਪਹਿਲਾਂ ਪੁੱਛ ਕੇ ਵੇਖ ਲਈ। ਉਹ ਕਹਿੰਦੇ ਜੋ ਨਾਨਕ ਜੀ ਨੇ ਕੀਤਾ ਸੋ ਭਲਾ, ਮਤਲਬ ਇਹ ਪੈਸੇ ਨਹੀਂ ਬਣਨਗੇ, ਬੱਚਿਆਂ ਦਾ ਭਵਿੱਖ ਸਵਰੇਗਾ ਨਹੀਂ। ਨਵਾਬ ਹੋਰ ਚਿੰਤਤ ਹੋ ਗਏ ਵੀ ਜਦੋਂ ਵਜ਼ੀਰ ਨੇ ਆਖਿਆ ਵੀ ਜੈ ਰਾਮ ਆ ਕੇ ਫੈਸਲਾ ਕਰਨਗੇ, ਪਰ ਮੂਲ ਚੰਦ ਉਹਨਾਂ ਦੇ ਫੈਸਲੇ ਨੂੰ ਮੰਨਣ ਲਈ ਤਿਆਰ ਨਹੀਂ। ਆਪਣੇ ਘਰ ਪਰਿਵਾਰ ਦੇ ਬੰਦੇ ਦੇ ਫੈਸਲੇ ਨੂੰ ਕੌਣ ਮੰਨਦਾ ਹੁੰਦਾ? ਕੋਈ ਨਹੀਂ। ਮੂਲ ਚੰਦ ਨੂੰ ਚਿੰਤਾ ਪੈ ਗਈ ਵੀ ਜੈ ਰਾਮ ਜੀ ਨੇ ਬੋਲੀ ਬੋਲਣੀ ਗੁਰੂ ਸਾਹਿਬ ਵਾਲੀ, ਮੇਰਾ ਪੱਖ ਨਹੀਂ ਪੂਰਨਾ। ਆਨਨ ਭਨ ਹੀ ਖਾਨ, ਜੋ ਨਾਨਕ ਧਨ ਆਹ। ਹੋਤੇ ਕੀ ਬਿਦ ਕਿਆ ਕਰਹਿ, ਕਹੋ ਜੇ ਬਿਦ ਲਹਾ। ਸਤਿਗੁਰਾਂ ਦੇ ਜੀਜਾ ਜੈ ਰਾਮ ਜੀ ਚੱਲ ਕੇ ਭਰੇ ਦਰਬਾਰ ਵਿੱਚ ਆਏ। ਨਵਾਬ ਸਾਹਿਬ ਨੂੰ ਨਮਸਕਾਰ ਕੀਤੀ, ਸਲਾਮ ਦੁਆ ਕੀਤੀ। ਵੇਖਿਆ ਇੱਕ ਪਾਸੇ ਮਾਸੜ ਜੀ ਬੈਠੇ ਆ, ਮੂਲ ਚੰਦ ਮੱਥਾ ਟੇਕਿਆ, ਉਹ ਖਿਜੇ ਪਏ ਆ, ਉਹਨਾਂ ਨੂੰ ਚੰਗੇ ਲੱਗਦੇ ਆ। ਉਹਨੂੰ ਪਤਾ ਹੈ ਵੀ ਇਹ ਉਹੀ ਵਿਅਕਤੀ ਆ ਜਿਹਨੇ ਕਹਿਣਾ ਵੀ ਇਹ ਗੁਰੂ ਨਾਨਕ ਸਾਹਿਬ ਦੇ ਪੈਸੇ ਨੇ, ਕਿਸੇ ਦਾ ਹੱਕ ਕੋਈ ਨਹੀਂ, ਫਿਰ ਬੁਲਾਊਗਾ ਤੇ। ਮੂਲ ਚੰਦ ਖਿਜੇ ਬੈਠੇ ਨੇ, ਕਲਪੇ ਬੈਠੇ ਆ। ਜੈ ਰਾਮ ਜੀ ਬੜੇ ਪਰੇਸ਼ਾਨ ਨੇ, ਚਿੰਤਤ ਨੇ ਵੀ ਐਡਾ ਵੱਡਾ ਫੈਸਲਾ ਮੈਂ ਕਿਵੇਂ ਕਰ ਸਕਦਾ? ਗੁਰੂ ਸਾਹਿਬ ਨੇ ਇਹ ਮਾਇਆ ਨਵਾਬ ਨੂੰ ਦਿੱਤੀ ਹੈ, ਸਾਨੂੰ ਥੋੜਾ ਦਿੱਤੀ। ਮਾਇਆ ਸਤਿਗੁਰ ਕਿਹਨੂੰ ਦੇ ਕੇ ਗਏ? 760। ਕਹਿੰਦੇ ਨਵਾਬ ਸਾਹਿਬ ਆਪਣੀ ਮਰਜ਼ੀ ਨਾਲ ਵੰਡ ਦਿਓ ਫਕੀਰਾਂ ਨੂੰ। ਪਰ ਹੁਣ ਇਹ ਫੈਸਲਾ ਜੇ ਜੈ ਰਾਮ ਜੀ ਤੇ ਆ ਗਿਆ, ਉਹ ਸਤਿਗੁਰਾਂ ਦੀ ਆਗਿਆ ਤੋਂ ਬਗੈਰ ਕੋਈ ਵਚਨ ਨਹੀਂ ਕਹਿ ਸਕਦੇ, ਕੋਈ ਕਮਿਟਮੈਂਟ ਨਹੀਂ ਕਰ ਸਕਦੇ।
ਪਰ ਨਵਾਬ ਬੜੇ ਅਦਬ ਨਾਲ ਕਹਿੰਦਾ ਜੈ ਰਾਮ ਜੀਓ ਮੈਂ ਖੁਦ ਇਸ ਗੱਲ ਦੇ ਵਿੱਚ ਇਨਵੋਲਵ ਹੋ ਚੁੱਕਾ, ਇਹ ਤੁਹਾਡੇ ਘਰ ਪਰਿਵਾਰ ਦੀ ਗੱਲ ਹੈ, ਜੇ ਤੁਸੀਂ ਥੋੜੀ ਜਿਹੀ ਸਾਡੀ ਮਦਦ ਕਰਦੇ ਹੋ ਤੇ ਇਹ ਕਚਹਿਰੀ ਕਿਸੇ ਕਿਨਾਰੇ ਲੱਗ ਸਕਦੀ ਹੈ। ਜੈ ਰਾਮ ਜੀ ਸਮਝ ਗਏ ਵੀ ਰੌਲਾ ਸਾਰਾ ਮਾਇਆ ਦਾ ਹੀ ਆ। ਆਖੋ ਸਤਿਨਾਮ। ਮਾਇਆ ਦੇ ਰੌਲਾ। ਸਤਿਗੁਰਾਂ ਦੇ ਸਹੁਰਾ ਸਾਹਿਬ ਮੂਲ ਚੰਦ ਇੱਥੇ ਬੈਠੇ ਆ, ਕਹਿੰਦੇ ਬਾਬਾ ਸ੍ਰੀ ਚੰਦ, ਬਾਬਾ ਲਖਮੀ ਦਾਸ, ਉਹ ਛੋਟੇ ਛੋਟੇ ਨੇ, ਉਹਨਾਂ ਦੀ ਪਰਵਰਿਸ਼ ਵਾਸਤੇ ਮਾਇਆ ਕਾਫੀ ਹੈ। ਇਹ ਉਹਨਾਂ ਦੇ ਪਿਤਾ ਦੀ ਸੰਪਤੀ ਹੈ, ਕਿਉਂਕਿ ਉਹਨਾਂ ਦੇ ਪਿਤਾ ਨੂੰ ਆਪਣੇ ਆਪ ਦੀ ਸੋਝੀ ਨਹੀਂ, ਆਪਣੇ ਆਪ ਦਾ ਪਤਾ ਨਹੀਂ, ਉਹ ਕੀ ਕਰਦੇ ਕੀ ਨਹੀਂ ਕਰਦੇ ਉਹ ਵੀ ਨਹੀਂ ਜਾਣਦੇ। ਮਤਲਬ ਪਰਿਵਾਰ ਡਿਕਲੇਅਰ ਕਰੀ ਫਿਰਦਾ ਹੈ ਵੀ ਉਹ ਅਬਨੋਰਮਲ ਨੇ। ਪਰਿਵਾਰ ਕਹਿੰਦਾ ਜੀ ਲੋਕਾਂ ਦੇ ਫਿਰ ਕਹਿਣਾ ਹੀ ਆ ਭੂਤਨਾ, ਲੋਕਾਂ ਦੇ ਕਹਿਣਾ ਹੀ ਆ ਬੇਤਾਲਾ। ਲੋਕ ਤੇ ਆਦਮੀ ਵਿਚਾਰਾ ਆਖਣਗੇ ਜਦੋਂ ਆਪਣਾ ਹੀ ਕਹਿੰਦੇ ਆ। ਜਿੱਦਣ ਤੁਹਾਨੂੰ ਆਪਣਾ ਪਰਿਵਾਰ ਮਾੜਾ ਕਹਿਣ ਲੱਗ ਜੂ, ਲੋਕਾਂ ਨਾਲ ਕੀ ਗੱਲਾਂ ਕਰੋਗੇ ਵੀ ਦੁਨੀਆ ਮੈਨੂੰ ਚੰਗਾ ਨਹੀਂ ਕਹਿੰਦੀ। ਭਾਈ ਲੋਕ ਉਹਨੂੰ ਚੰਗਾ ਕਹਿੰਦੇ ਨੇ ਜਿਹਨੂੰ ਆਪਣੇ ਚੰਗਾ ਕਹਿੰਦੇ ਹੋਣ, ਜਿਹਨੂੰ ਆਪਣੀ ਥਾਂ ਤਾਂ ਭੰਡਦੇ ਹੋਣ। ਉਹ ਬੰਦਾ ਜਿੰਨਾ ਮਰਜ਼ੀ ਚੰਗਾ ਹੋਵੇ ਲੇਬਰ ਲਾ ਨਹੀਂ ਸਕਦਾ ਬੁਰਾਈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਪਰਥਾਏ ਪਿਤਾ ਸਮਾਨ ਸਹੁਰਾ ਸਾਹਿਬ ਆਪ ਵੱਡੀ ਕਰਦੇ ਆ, ਸਿਰਫ ਇੱਕ ਪੈਸੇ ਪਿੱਛੇ, ਇੱਕ ਮਾਇਆ ਪਿੱਛੇ। ਜਦੋਂ ਭਰੇ ਦਰਬਾਰ ਦੇ ਵਿੱਚ ਗੱਲ ਨਵਾਬ ਦੇ ਸਾਹਮਣੇ ਹੋ ਗਈ ਤੇ ਜੈ ਰਾਮ ਅੰਦਰੋਂ ਅੰਦਰ ਸੋਚਦੇ, ਕਹਿੰਦੇ ਨਵਾਬ ਸਾਹਿਬ ਤੁਸੀਂ ਸਿਆਣੇ ਹੋ, ਸਮਝਦਾਰ ਹੋ, ਕਚਹਿਰੀਆਂ ਦੇ ਫੈਸਲੇ ਵੱਡੇ ਲੋਕ ਕਰਦੇ ਹੁੰਦੇ ਆ, ਮੈਂ ਨਹੀਂ ਕਰ ਸਕਦਾ, ਇਹ ਸਭ ਕੁਝ ਮੇਰੇ ਵੱਸ ਤੋਂ ਬਾਹਰ ਹੈ। ਰਹਿਤ ਡਰਤ ਅਤ ਚਿਤ ਨਿਤ ਸਤਿਗੁਰੂ ਤੇ, ਇਤ ਮੂਲੇ ਤੇ ਡਰਤ ਕਠਨ ਦਿਸ਼ ਦੋਹਾਂ ਤੇ। ਮੂਲ ਚੰਦ ਪੁੱਛਦੇ ਆ, ਕਹਿੰਦੇ ਤੂੰ ਫੈਸਲਾ ਕਿਉਂ ਨਹੀਂ ਕਰ ਸਕਦਾ? ਤੇ ਜੈ ਰਾਮ ਹੱਥ ਜੋੜ ਕੇ ਪਤਾ ਕੀ ਕਹਿੰਦੇ, ਕਹਿੰਦੇ ਨਵਾਬ ਸਾਹਿਬ ਮੈਂ ਸਾਂਝਾ ਜੀ, ਜੇ ਮੈਂ ਤੁਹਾਡੇ ਹੱਕ 'ਚ ਫੈਸਲਾ ਕੀਤਾ ਤੇ ਮਾਸੜ ਜੀ ਨਾਰਾਜ਼ ਹੋ ਜਾਣਗੇ, ਇਹਨਾਂ ਦੇ ਹੱਕ 'ਚ ਫੈਸਲਾ ਕੀਤਾ ਤੇ ਗੁਰੂ ਨਾਨਕ ਸਾਹਿਬ ਨਾਰਾਜ਼ ਹੋਣਗੇ ਸਾਡੇ। ਮੈਂ ਨਹੀਂ ਚਾਹੁੰਦਾ ਮੇਰੇ ਨਾਲ ਦੋਨੋਂ ਵਿਗੜ ਜਾਣ, ਇਸ ਲਈ ਇਸ ਫੈਸਲੇ ਤੇ ਮੈਂ ਚੁੱਪ ਹਾਂ, ਕੁਝ ਨਹੀਂ ਕਰ ਸਕਦਾ, ਮੈਂ ਬੇਵਸ ਹਾਂ। ਉਹ ਮਹਿ ਕਰਤ ਵਿਚਾਰ ਨਾ ਮੁਖ ਤੇ ਕਹਿਤ ਹੈ, ਹੋਂ ਬੈਠਿਓ ਤੂੰ ਸਨ ਠਾਏ ਨਾ ਕਿਛ ਬਿਦ ਲਾਹਿਤ ਹੈ। ਨਵਾਬ ਸਾਹਿਬ ਕਹਿੰਦੇ ਕੋਈ ਸਿੱਟਾ ਕੱਢੋ। ਜੈ ਰਾਮ ਜੀ ਕਹਿੰਦੇ ਵੇਖੋ ਜੀ ਮੈਂ ਇਹਦੇ ਵਿੱਚ ਕੁਝ ਨਹੀਂ ਕਰ ਸਕਦਾ, ਮੈਂ ਚੁੱਪ ਹਾਂ, ਮੈਨੂੰ ਚੁੱਪ ਹੀ ਰਹਿਣ ਦਿਓ। ਨਵਾਬ ਸਾਹਿਬ ਜੋ ਤੁਹਾਨੂੰ ਠੀਕ ਲੱਗਦਾ, ਚੰਗਾ ਲੱਗਦਾ ਫੈਸਲਾ ਕਰ ਦਿਓ। ਇੰਨੇ ਬਚਨ ਕਹਿ ਕੇ ਜੈ ਰਾਮ ਜੀ ਹੋਏ ਚੁੱਪ ਤੇ ਮੂਲ ਚੰਦ ਜੀ ਨੂੰ ਲੱਗਿਆ ਮੈਥੋਂ ਡਰ ਗਿਆ। ਆਖੋ ਸਤਿਨਾਮ। ਡਰ ਜਾਂਦੇ ਕਿਉਂਕਿ ਭਰੀ ਕਚਹਿਰੀ ਵਿੱਚ ਮੈਂ ਆ ਕੇ ਆਖਿਆ ਨਾ ਵੀ 760 ਜਿਹੜੇ ਮੋਦੀ ਖਾਨੇ 'ਚ ਗੁਰੂ ਨਾਨਕ ਸਾਹਿਬ ਜੀ ਨੂੰ ਆਖਰੀ ਵਾਰ ਬਚੇ ਨੇ, ਉਹ ਨਵਾਬ ਕੋਲ ਫਿਕਸ ਡਿਪੋਜ਼ਿਟ ਰੱਖਿਆ। ਗੁਰੂ ਸਾਹਿਬ ਕਹਿ ਗਏ ਸੀ ਅੱਲਾ ਦੇ ਨਾਂ ਤੇ ਫਕੀਰਾਂ ਨੂੰ ਵੰਡ ਨਹੀਂ, ਆਪਣੇ ਇਮਾਨ ਦੇ ਨਾਲ। ਤੇ ਹੁਣ ਪਰਿਵਾਰ ਚਾਹੁੰਦਾ ਸੀ ਉਹ ਪੈਸੇ ਕਢਾਏ ਜਾਣ। ਉਦੋਂ ਦੇ 760, ਅੱਜ ਦੇ 7 ਕਰੋੜ ਲਾ ਲਓ, 7 ਲੱਖ ਲਾ ਲਓ, ਥੋੜੇ ਆ ਜੀ। ਉਹਨਾਂ ਸਮਿਆਂ ਦਾ 1 ਰੁਪਈਆ ਹਜ਼ਾਰਾਂ ਦੀ ਕੀਮਤ ਰੱਖਦਾ ਸੀ, ਮਹੀਨਾ ਰੱਖਦਾ ਸੀ। ਜਦ ਇਹ ਗੱਲਾਂ ਹੋਣ ਲੱਗੀਆਂ, ਯਾਰ ਖਾਂ ਕਹਿੰਦਾ ਨਵਾਬ ਜੀ ਮੈਨੂੰ ਲੱਗਦਾ ਕਿ ਫੈਸਲਾ ਬਹੁਤ ਔਖਾ ਹੈ, ਕਿਉਂਕਿ ਜ਼ਿੰਮੇਵਾਰੀ ਕੋਈ ਧਿਰ ਨਹੀਂ ਚੁੱਕਦੀ। ਨਾ ਇਸ ਧਿਰ ਵਿੱਚ ਜੈ ਰਾਮ ਦੀ ਜ਼ਿੰਮੇਵਾਰੀ ਲੈ ਰਹੇ ਨੇ, ਨਾ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਖੁਦ ਆਪ ਆ ਰਹੇ ਨੇ, ਤੇ ਨਾ ਹੀ ਇਹ ਰਿਸਕ, ਇਹ ਖਤਰਾ ਮੁੱਲ ਨਵਾਬ ਲੈਣਾ ਚਾਹੁੰਦਾ ਹੈ ਵੀ ਉਹ ਫਕੀਰ ਸਾਈਂ ਦੇ ਰੱਬ ਦੇ ਪਿਆਰੇ ਦੀ ਆ ਕੇ ਉਹਨਾਂ ਆਖਿਆ ਵੀ ਪੈਸੇ ਕਿੱਥੇ ਦਿੰਦੇ ਆ? ਅੱਲਾ ਦੇ ਨਾਂ ਤੇ ਉਹਨਾਂ ਕਿਹਾ ਵੀ ਰੱਬ ਦੇ ਨਾਂ ਤੇ ਇਹ ਖੈਰੀਅਤ ਹੈ, ਜੇ ਮੈਂ ਇੱਕ ਕੌਡੀ ਵੀ ਇੱਧਰ ਉੱਧਰ ਗਲਤੀ ਨਾ ਕਰਤੀ, ਦਰਗਾਹ 'ਚ ਪੈਸੇ ਦਾ ਹਿਸਾਬ ਹੋਣਾ ਹੈ, ਮੈਥੋਂ ਹਿਸਾਬ ਦਿੱਤਾ ਜਾਣਾ ਨਹੀਂ। ਖਾਨ ਬਖਾਨਤ ਬੈਨ ਜਰਾਮ ਕਹੈ ਨਾ ਕਿਉਂ, ਜੇ ਬਿਦ ਬਦ ਹੈ ਬਦਨ ਸੋ ਬਿਦ ਧਨ ਤਨਹਿ ਦਿਓ। ਜਦੋਂ ਜੈ ਰਾਮ ਜੀ ਚੁੱਪ ਰਹੇ ਨਾ, ਨਵਾਬ ਸਾਹਿਬ ਨੇ ਵੀ ਫਿਰ ਥੋੜੇ ਜਿਹੇ ਗੁੱਸੇ 'ਚ ਆ ਕੇ ਗੱਲ ਕਹਿ ਦਿੱਤੀ। ਕਹਿੰਦਾ ਜੈ ਰਾਮ ਜੀ ਮੈਥੋਂ ਬਹੁਤਾ ਨਹੀਂ ਝੱਲਿਆ ਜਾਂਦਾ, ਤੁਸੀਂ ਜੋ ਕਹੋਗੇ ਮੈਂ ਉਸੇ ਪਾਸੇ ਫੈਸਲਾ ਕਰੋ। ਇਹ ਕਹਿਣਾ ਬੜਾ ਸੌਖਾ ਫੈਸਲਾ ਕਰ ਦੇਣਾ, ਪਰ ਜਿਹਨੇ ਜ਼ਿੰਮੇਵਾਰੀ ਚੁੱਕਣੀ ਉਹਨੂੰ ਪੁੱਛੋ ਤੇ ਸਹੀ ਬੀਤੂਗੀ ਕੀ।
नवाब साहब ने अपना फैसला सुना दिता, कहते तुसी जिधर कह दोगे मैं उधर ही हाँ। जे तुसी कह दोगे 760 मूलचंद जी को दिते जान, मैं हुणे दे देना। जे तुसी अपनी जुबान तो कह दो भी ये 760 फकीरां दे ने, फकीरां च वंडे जान ते मैं इन्हां नूं मोड़ देवांगा। रौला इस गल दा है, जद अपना परिवार अपने रिश्तेदार कोर्ट कचहरी विच खड़े होण, चाह के भी विरुद्ध बोलिया नहीं जा सकता। चाह के इस टाइम जयराम जी किहड़ी सिचुएशन विच ने, जे ते ओह कहंदे ने भी 760 इन्हां नूं दे दिओ, फिर गुरु नानक साहब महाराज दे बचन उन्हां तों मुनकर हो जाणगे। प्यार बड़ा गुरु साहब जे ओह कहंदे ने कि इन्हां नूं ना दिओ, महाराज कहंदे आ फिर इधरों रिश्तेदारी टुटदी, तू कहणगे भरी कचहरी ते साडे विरुद्ध खड़िया सी, तू साडा लगदा की है। पर नवाब अपने गल तो सब कुछ लाउणा चाहुंदा है, कहंदा तुसी कह दिओ। हुण एक कहना बड़ी बड़ी जिम्मेवारी है। मूँह चुक के बंदा कह दिंदा हाँ मैं जिम्मेवार हाँ, ते बड़ी बार हुंदा जी फिर गरंटियां भरनियां पै जांदियां, जमानतां भरनियां पै जांदियां। ये जमानत असीं किदां दी? जयराम जी सोचते आ भी नवाब किड्डी चलाकी खेडदा है, लिया के मैनू विच खड़ा करदा भी तू जो कह देगा उही हो जाऊगा। इसलिए जयराम जी ने सियाणप वरती, मन ही मन सोचिया मना के फैसला रब दा है, रब दी वस्तु दा है, तू कौन है? चुप करी। इसलिए मैं इत्थे कुछ बोलना नहीं। धन निज सदन न धरो, धर्म निधनो नहीं, हो बूझन तुझको कीन, समझ भणिए सही। मां चाहुंदियां पलां दे विच एडी वड्डी मुसीबत बन गई जयराम जी वास्ते, एक भीड़ बन गई है, धर्म संकट कह लो। पर समय का नवाब औखा हो के आखदा, कहंदा ये माया मैं अपने कोल नहीं रखनी, ये माया फसाद है, कुआड़ी की जल है। इस माया पिछे मेरी अपनी भगती, अपनी इबादत, अपना ध्यान बिखरिया पे। ये सच है। जिहड़े ईमानदार लोग ने ना, वो कदे किसी तो 1 रुपया उधार नहीं लेंदे। कहते जे किसी तो 500 5000 फड़िया भी है, समय नाल मोड़दे आ, इत्थे नहीं मोड़िया जाऊ, सवास निकल के दरगाह विच औखा होऊगा। पल पल का हिसाब वो नहीं चिंता कर सकते, नहीं भार चुक सकते। नवाब ने भरे कचहरी में आख दिता, कहता जी माया के हकदार तुहाडा परिवार है, 760 मेरे नहीं, मैं ये धन अपने घर नहीं रखना। क्योंकि बाणी भी कहती है पराई अमान क्यों रखी है, दिते ही सुख होए। पराई अमानत अपने घर में रखोगे कलेश का कारण बन जूगा। जब तक वापस नहीं कर देते, रिफंड नहीं करते ना, उदों तक सुकून नहीं मिलता। गुरु नानक साहब जी की ये माया सी ते नवाब ने सीधा कह दिता, कहता ये माया मेरे लिए मुसीबत बन गई। सुनो खान जी कान, जो निज मन थानी है, तस विद करियो दर्ब, आप बुधवानी है। जयराम जी नूं नवाब साहब कहते तू बोल मैं फैसला हुणे करदा, ते जयराम कहते तुसीं जो फैसला करोगे मैनूं हुणे मंजूर है। मतलब दोने भभकड़ा दे वांग सड़न नूं फिरदे ने, पर कहते तू मच पईना, अगे तू ढोल अपने गल पा। नवाब कहता जयराम तू बोल मैं हुणे फैसला करदा। जयराम कहते नहीं तुसीं मालको जी पिंड दे गुरु साहब तुहाडी भी गल मनदे आ, तुसीं फैसला कर दो, मैनूं वो भी कबूल है। पर कबूल दोनों करते ने, करन नूं तैयार कोई नहीं, जिम्मेवारी कोई नहीं चुकता। नवाब सोचता भी मैं गुरु साहब की माया देख के क्यों फस जाना है, कित्थे लेखा दिया। जयराम कहते भी नहीं ये मैं नहीं कर सकता, जो सतगुरु घर नहीं आते। सच्चे पातशाह ने जे ये माया सानू देनी होंदी तो जिम्मेवारी दे के जाते, कह जाते जयराम की माया अपने कोल रखो, असीं लोड़ पई लै लांगे। अगे भी थे 315 रुपए गुरु नानक साहब जी ने जयराम जी को दिते, तुसीं कोल रखियो जब लोड़ पई लै लांगे। इसलिए जयराम जी ने सोचा भी जे सतगुरां ने सानू बख्शणे हुंदे ते जिम्मेवारी दे के जब गुरु पातशाह ने सानू कुछ कहा ही नहीं, फिर मैं जिम्मेवारी क्यों चुका, मैं क्यों हामी होता। इस करके आखन लगे कहते नवाब साहब मेरी माफ कर दो, मेरे वस की गल नहीं। दे संदेह देन को धारिया, हो नानक निकट तुमार,
ਬੂਝ ਕਰ ਕਾਰਿਆ। ਆਖਰਕਾਰ ਜਦੋਂ ਨਵਾਬ ਕੋਈ ਗੱਲ ਆਪਣੇ ਸਿਰ ਲੈਣੀ ਨਹੀਂ ਚਾਹੁੰਦਾ, ਉਹਨੇ ਫੇਰ ਆਖਿਆ, ਕਹਿੰਦਾ ਜੈ ਰਾਮ ਜੀ ਸੋਚ ਲਓ। ਕਹਿੰਦੇ ਮੇਰੇ ਮਨ 'ਚ ਇੱਕ ਖਿਆਲ ਆਇਆ ਵੀ ਆਪਾਂ ਇਸ ਫੈਸਲੇ ਨੂੰ ਰੋਕ ਲਈਏ ਹਾਲ ਦੀ ਘੜੀ। ਜੇ ਤੁਸੀਂ ਆਗਿਆ ਦਿਓ ਤੇ ਮੈਂ ਗੁਰੂ ਨਾਨਕ ਸਾਹਿਬ ਜੀ ਨੂੰ ਜਾ ਕੇ ਪੁੱਛੋ। ਜਦੋਂ ਇਹ ਗੱਲ ਆਈ, ਯਾਰ ਖਾਂ ਵਜ਼ੀਰ ਕੋਲ ਬੈਠਾ ਸੀ, ਕਹਿੰਦਾ ਨਵਾਬ ਸਾਹਿਬ ਇਹ ਗੱਲ ਬਿਲਕੁਲ ਦਰੁਸਤ ਹੈ, ਸਹੀ ਹੈ ਵੀ ਜੇ ਸੱਚੇ ਬਾਦਸ਼ਾਹ ਕਹਿੰਦੇ ਮਾਇਆ ਦੇ ਦਿਓ ਫਿਰ ਤੇ ਰੌਲਾ ਹੀ ਕੋਈ ਨਹੀਂ ਨਾ। ਤੇ ਜੇ ਮਰਦ ਨੇ ਕਹਿਤਾ ਵੀ ਮਾਇਆ ਨਹੀਂ ਦੇਣੀ ਕਿਸੇ ਨੂੰ ਫਕੀਰਾਂ ਤੋਂ ਬਗੈਰ, ਵੀ ਸਾਡਾ ਪਰਿਵਾਰ ਇਹ ਜ਼ਹਿਰ ਨਾ ਖਾਵੇ, ਉਹ ਨਾ ਵਰਤੇ, ਹੁਣ ਜਦੋਂ ਕੋਈ ਵੀ ਆਪਣੇ ਸਿਰ ਜ਼ਿੰਮੇਵਾਰੀ ਨਹੀਂ ਸੀ ਚੁੱਕਦਾ, ਵਿੱਚ ਦਾ ਰਸਤਾ ਕੱਢਿਆ ਗਿਆ। ਜੈ ਰਾਮ ਜੀ ਕਹਿੰਦੇ ਮੈਂ ਜਾਂਦਾ ਸ਼ਮਸ਼ਾਨ ਵਿੱਚ, ਜਾ ਕਿਸੇ ਵਿਅਕਤੀ ਨੂੰ ਭੇਜ ਦਿਓ। ਗੁਰੂ ਸਾਹਿਬ ਜੀ ਦੀ ਰਸਨਾ ਤੋਂ ਜ਼ਬਾਨੀ ਗੁਲਾਮੀ ਇਹ ਗੱਲ ਸੁਣੀ ਜਾਵੇ। ਸੁਣੀ ਖਾਨ ਕੈ ਕਾਨ ਉਹ ਮਨ ਹੈ ਪੱਠ ਦਿਆ, ਨਾਨਕ ਆਨ ਹਕਾਰ ਗਿਓ ਟਿਕ ਨਿਦਮਿਆ। ਉਸ ਵੇਲੇ ਫੈਸਲਾ ਕੀਤਾ ਗਿਆ ਵੀ ਜੈ ਰਾਮ ਖੁਦ ਸ਼ਮਸ਼ਾਨ ਨਹੀਂ ਜਾਣਗੇ। ਕੀ ਪਤਾ ਉੱਥੇ ਕੀ ਗੱਲ ਹੋਈ ਹੋਊਗੀ। ਹੋ ਸਕਦਾ ਹੈ ਕੋਈ ਗੱਲ ਐਸੀ ਹੋਵੇ ਜੋ ਇਹਨਾਂ ਦੇ ਵਿੱਚ ਹੋਈ ਹੋਵੇ ਤੇ ਸਮੇਂ ਦੀ ਕਚਹਿਰੀ ਫੈਸਲਾ ਹੋਰ ਕਰਦੇ ਤੇ ਕੱਲ ਪੈ ਜੇ ਰੌਲਾ। ਨਵਾਬ ਨੇ ਫਿਰ ਨਵਾਬਾਂ ਵਾਲੀ ਕੀਤੀ, ਕਚਹਿਰੀ ਤੇ ਕਚਹਿਰੀ ਹੈ ਨਾ, ਫਿਰ ਅਦਾਲਤਾਂ ਦੀ ਅਦਾਲਤਾਂ ਨੇ। ਸਮੇਂ ਦੇ ਨਵਾਬ ਨੇ ਆਪਣਾ ਸਿਪਾਹੀ ਭੇਜਿਆ ਮਨੁੱਖ, ਕਹਿੰਦੇ ਜਾਓ ਗੁਰੂ ਨਾਨਕ ਸਾਹਿਬ ਨੂੰ ਵੀ ਇੱਥੇ ਬੁਲਾ ਲਓ। ਜਦੋਂ ਕਚਹਿਰੀ ਵਿੱਚ ਆ ਜਾਣਗੇ, ਇੱਕ ਪਾਸੇ ਉਹਨਾਂ ਦੇ ਸਹੁਰਾ ਸਾਹਿਬ ਖੜੇ ਹੋਣਗੇ, ਦੂਜੇ ਪਾਸੇ ਜੀਜਾ ਜੀ ਹੋਣਗੇ, ਸਾਹਮਣੇ ਨਵਾਬ ਬੈਠੇ ਹੋਣਗੇ। ਜਦ ਪੁੱਛਣਗੇ ਮਹਾਰਾਜ ਮਾਇਆ ਤੁਹਾਡੀ ਹੈ, ਇਮਾਨਤ ਤੁਹਾਡੀ ਹੈ, ਹੁਕਮ ਦੱਸੋ ਜੀ ਕਿੱਧਰ ਸਕੀਏ, ਕਿਹਨੂੰ ਦੇ ਦਈਏ? ਕਹਿੰਦੇ ਜਿਹਨੂੰ ਇਸ਼ਾਰਾ ਕਰ ਦੇਣਗੇ ਸੌਖਾ ਬਣਾਉਂਗੇ। ਸਭ ਨੂੰ ਇਹ ਗੱਲ ਚੰਗੀ ਲੱਗੀ। ਕਹਿੰਦੇ ਹਾਂ ਜਿਨ੍ਹਾਂ ਦਾ ਪਦਾਰਥ ਹੈ, ਜਿਹੜੇ ਆਪ ਇਹਦੇ ਮਾਲਕ ਨੇ, ਉਹਨਾਂ ਨੂੰ ਬੁਲਾਉਣਾ ਚਾਹੀਦਾ। ਇੱਕ ਮਨੁੱਖ ਸ਼ਮਸ਼ਾਨ ਭੂਮੀ ਵਿੱਚ ਭੇਜਿਆ ਗਿਆ, ਬੜੇ ਅਦਬ ਦੇ ਨਾਲ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਆਇਆ ਏ। ਵੈਸੇ ਥਾਨ ਮਸਾਨ ਨਾ ਮਾਨਵ ਕੋ ਜਹਾਂ, ਹੋ ਜਿਸ ਕਰਨਾ ਤੇ ਨਾਸ਼ ਤਾਪ ਤਰੈ ਸੁਖ ਮਹਾ। ਸਿਪਾਹੀ ਨੇ ਆ ਕੇ ਸਤਿਗੁਰਾਂ ਨੂੰ ਵੇਖਿਆ, ਚੌਂਕੜਾ ਮਾਰੀ ਬੈਠੇ ਆ, ਸ਼ਮਸ਼ਾਨ ਵਿੱਚ ਕੋਈ ਵੀ ਨਹੀਂ, ਇਕੱਲੇ ਨੇ ਗੁਰੂ ਸਾਹਿਬ, ਨਾ ਭਾਈ ਭਗੀਰਥ, ਨਾ ਮਨਸੁਖ ਜੀ, ਨਾ ਭਾਈ ਵਾਲਾ। ਮੜੀਆਂ ਚ ਗਾਉਣ ਹੁੰਦਾ, ਇਕੱਲੇ ਹੀ ਸੀ, ਬੜੇ ਪੁਰਾਣੇ ਜਿਹੇ ਕੱਪੜੇ ਪਾਏ। ਸਿਪਾਹੀ ਨੇ ਆ ਕੇ ਮੱਥਾ ਟੇਕਿਆ ਨਾ, ਗੁਰੂ ਸਾਹਿਬ ਜੀ ਨੇ ਨੇਤਰ ਖੋਲ੍ਹ ਕੇ ਦੇਖਿਆ, ਕਹਿੰਦੇ ਭਾਈ ਕੌਣ ਹੈ? ਅੱਜ ਬੋਲੇ। ਸਿਪਾਹੀ ਹੱਥ ਜੋੜ ਕੇ ਕਹਿੰਦਾ ਜੀ ਨਵਾਬ ਸਾਹਿਬ ਨੇ ਤੁਹਾਡੇ ਕੋਲ ਭੇਜੇ। ਗੁਰੂ ਸਾਹਿਬ ਨੇ ਸੁਣ ਕੇ ਅਣਗੌਲਿਆ ਕੀਤਾ ਏ। ਨਾਨਕ ਜੀ ਉੱਠ ਚਲੋ ਸਾ ਨਿਭਾਵ ਹਕਾਰੀ, ਇੱਛਾ ਪੂਛਨ ਕਛ ਕੋ ਤੁਮਹਿ ਅਨੁਸਾਰੀ। ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਦੂਜੀ ਵਾਰ ਸਿਪਾਹੀ ਫੇਰ ਕਹਿੰਦਾ ਹੈ, ਮਰਦ ਕਹਿੰਦੇ ਤੂੰ ਆਇਆ ਕਿਉਂ ਹੈ? ਭਾਈ ਕਿਉਂ ਆਇਆ? ਇਹ ਤੇ ਵਿਚਾਰਾ ਹੁਕਮ ਦਾ ਬੰਦਾ, ਇਹਦਾ ਕਸੂਰ ਕੀ ਹੈ? ਇਸੇ ਕਰਕੇ ਮਰਦ ਨੇ ਕੁਝ ਨਹੀਂ ਆਖਿਆ। ਕਹਿੰਦਾ ਜੀ ਸਮੇਂ ਦੇ ਨਵਾਬ ਨੇ, ਦੌਲਤ ਖਾਨ ਨੇ ਤੁਹਾਡੇ ਨਾਲ ਕੋਈ ਗੱਲਬਾਤ ਕਰਨੀ ਹੈ, ਕੁਝ ਪੁੱਛਣਾ ਹੈ, ਇਸੇ ਕਰਕੇ ਤੁਹਾਨੂੰ ਅਦਾਲਤ ਵਿੱਚ, ਕਚਹਿਰੀ ਵਿੱਚ, ਦਰਬਾਰ ਵਿੱਚ ਸੱਦਿਆ ਗਿਆ। ਤੁਸੀਂ ਮੇਰੇ ਨਾਲ ਚੱਲੋ, ਮੈਂ ਤੁਹਾਨੂੰ ਲੈਣ ਆਇਆ ਤੇ ਲੈ ਕੇ ਵੀ ਜਾਵਾਂਗਾ ਤੇ ਛੱਡ ਵੀ ਜਾਵਾਂਗਾ। ਗੁਰੂ ਸਾਹਿਬ ਨੇ ਅੱਖ ਭਰ ਕੇ ਵੇਖਿਆ, ਇਹ ਕੀ ਗੱਲ ਹੋਈ? ਤੂੰ ਸਾਨੂੰ ਲੈਣ ਆਇਆ, ਨਵਾਬ ਨੇ ਸਾਨੂੰ ਬੁਲਾਇਆ। ਮਾਨੀ ਮਨ ਸੋਚਦੇ ਅਸੀਂ ਨਵਾਬ ਤੋਂ ਕੀ ਲੈਣਾ, ਕੀ ਲੈਣ ਦੇਣਾ ਸਾਡਾ? ਬੇਪਰਵਾਹੀ ਹੈ ਨਾ, ਇਹ ਆਕੜ ਨਹੀਂ, ਬੇਪਰਵਾਹੀ। ਗੁਰੂ ਨਾਨਕ ਸਾਹਿਬ ਮਰਦ ਕਹਿੰਦੇ ਭਾਈ ਕਿਹੜਾ ਨਵਾਬ? ਸਤਿਗੁਰਾਂ ਨੇ ਬਚਨ ਆ ਕੇ ਸਿਪਾਹੀ ਹੈਰਾਨ ਵੀ ਇੰਨੇ ਸਾਲ ਨੌਕਰੀ ਕੀਤੀ, ਕਹਿੰਦੇ ਕਿਹੜਾ ਨਵਾਬ? ਹੁਣ ਦੁਨਿਆਵੀ ਲੋਕਾਂ ਦੀ ਗੱਲ ਹੋਰ ਹੈ, ਉਹ ਆਪਣਾ ਆਪਣਿਆ ਬੈਠਾ, ਹੰਕਾਰ 'ਚ ਬੈਠਾ ਜੀ, ਵੇਖੋ ਜੀ ਇੱਜ਼ਤ ਨਹੀਂ ਕਿਸੇ ਦੀ ਕਰਦਾ, ਕਦਰ ਨਹੀਂ ਕਰਦਾ। ਮਰਦ ਕਹਿੰਦੇ ਕਿਹੜਾ ਨਵਾਬ ਭਾਈ? ਜਿਹਨੇ ਸਾਨੂੰ ਸੱਦਿਆ ਏ। ਹੋ ਨਾ ਚਲੋ ਟਿਗ ਖਾਨ ਕੌਣ ਮਮ ਕਾਜ ਹੈ, ਹੋ ਬੈਸ ਰਹੇ ਉਦਿਆਨ ਨਾ ਮੋਦੀ ਸਾਜ ਹੈ। ਸੱਚੇ ਪਾਤਸ਼ਾਹ ਨੇ ਫਿਰ ਇੱਕ ਬਚਨ ਆਖਿਆ, ਕਹਿੰਦੇ ਅਸੀਂ ਕਿਸੇ ਨਵਾਬ ਨੂੰ, ਕਿਸੇ ਖਾਨ ਨੂੰ ਨਹੀਂ ਜਾਣਦੇ, ਸਾਡਾ ਕਿਸੇ ਨਵਾਬ ਨਾਲ ਕੋਈ ਲੈਣ ਦੇਣ ਹੀ ਨਹੀਂ। ਉਹ ਜਿਹੜਾ ਬੰਦਾ ਬੈਠਾ ਹੀ ਸ਼ਮਸ਼ਾਨ 'ਚ ਹੈ, ਮੜੀਆਂ ਮਸਾਣਾ 'ਚ ਹੈ, ਉਹਦਾ ਰਾਜ ਮਹਿਲਾਂ 'ਚ ਕੰਮ ਕੀ? ਆਖੋ ਸਭ ਨਾਮ।
सिपाही मर्द के मुख वाल वेखे भी इन्ना समा मोदी खान ने कार की नरमोहे वाले बचन जानते नहीं होते। मर्द कहते असीं ते रहण वाले जंगलों च शमशाना च भाई सानू किसी राजे की कोई परवाह नहीं, ना असीं कुछ लैना। कहते जी दौलत खाने बुलाए। मर्द कहते उदों बुलाउंदा सी जद असीं उहदे मोदी सी, उहदे नौकर सी, जदों बुलाउंदा सी भज्जे जांदे सी। अज साडा कोई नवाब कुछ भी लगदा नहीं। मोर पुमान ने बैन बखाने खान सो, नह पावे पुर पाए रहे उद्यान सो। सतगुरां दा बचन सी कहंदे ओ सज्जणा जाके कह दे असीं नहीं आउंदे, असीं इस नगर च पैर नहीं पाउणा। तू कहना कचहरी जाके कह दे अपने राजे नूं भी नानक जी कहदे असीं तेरी कचहरी च आके लेना की है, असीं तैनूं नहीं जानते ते तू सानूं ना जान। नरमोहे शब्द। दुनिया विच किसे ना किसे बंदे ने कुछ ना कुछ लेना हुंदा है, पर रब दे प्यारे परवाह क्यों नहीं करते? वो कहते सानू किसी की ईद नहीं, किसी की कनौड़ नहीं, असीं किसी तो मंगना नहीं, किसी की लिहाज नहीं रखनी, लेना की है। नाम जपण आए आ, कल्ले आए आ, कल्लियां जाना। जे ते मर के कोई नाल जाऊ फिर ते चमचागिरी करिए, फिर ते फिरिए अगे पिछे भजे। जद किसी ने जाना ही नाल नहीं ते लिहाज का भी क्यों? गुरु नानक साहब जी के बचन सुन के सिपाही नूं चंगा नहीं लगा, थोड़ा जिहा गुस्सा आया। चल पिया नवाब दे कोल। मर्द के इदां ही कह दी भी असीं नगर च पैर नहीं पाउणा, असीं रहना जंगलां विच ही आ, रहना शमशानां विच ही आ। नवाब हो अपने घरे हो, अपने दरबार च हो, असीं किसे दी नवाबी तो किसे दे राज तो की लेना है। आइस मन नाहि तुम्हारी जानिए, हो ज्यों भावे त्यों करहो, आप तुम सियाणिए हो। जदों नवाब दे कोल आके सिपाही ने मत्था टेकिया, सिपाही कल्ला ही। नवाब साहब कहते नानक जी नहीं आए, आउंदे होणे किते? कहता ना जी, तोड़ के जवाब देंदे, कहते किहड़ा नवाब, की करना साडे तो ने, असीं नहीं आउणा। कह दिओ जाके असीं किसे नवाब नूं नहीं जानदे, साडा लैण देण कोई नहीं। नवाब ने आला दुआला जा वेख्या भी भरी सभा च बेइज्जती हो गई। आखो साडे नाम वो एक राजा बनया बैठा, इन्ने वजीर बैठे ते ओनूं आके सिपाही आखे भी, वो कहते किहड़ा राजा रोजा असीं नहीं जानदे, किहड़ा खान सानूं नहीं पता। नवाब अंदरों खिद गया। क्यों खिदिया दी? कल तक नवाब नूं लगदा सी गुरु नानक साहब महाराज मेरा मोदी खाना साहबदे आ, वो मेरे सरकारी नौकर ने। उस भाव विच बोलदा भी मैं बॉस हाँ, मैं राजा हाँ, मेरा वचन मोड़न वाले कौन ने? पर गुरु साहब कहते मुड़ के ना इत्थे आयो, असीं नहीं किसे कोल आउणा। ते जदों नवाब नूं इह गल कह दित्ती ना, ते ओह सिपाही कहंदा जी मैनूं हुण भेजिओ भी ना, तुसीं आप ही कोई फैसला कर दो, जो कर दोगे उही ठीक आ। आखो सतनाम। नवाब नूं अंदरों अंदर फील होया, गुस्सा आया, क्योंकि हर बंदा अपनी सैल्फ रिस्पैक्ट रखदा है, भावें किन्ना भी गरीब कोई क्यों ना होवे, किन्ना भी अमीर क्यों ना होवे, हर बंदा सोचदा मेरी कोई इज्जत है, मैनूं कोई जलील ना करे ते फिर राजा है। राजा कहंदा किदां नहीं आउंदा ओह? कहंदे जी ओह कहंदे मैं ते आउणा ही नहीं, जो मर्जी कर लो। राजे नूं गुस्सा आ गया भी जे नहीं आउंदा ते फिर चुक के लै आओ। आखो सतनाम। राजे महाराज यही काम करते हैं भी जे नहीं आउंदा फिर चक लियाओ। पुलिस भी इदां करती है, पहला वारंट देगी, प्यार ना बुलाओ, नहीं आउंदा कदे लियाओ फिर पागी गड्डी च। दूजा तरीका भी है। हुण नवाब भरे दरबार च हैरान है कि इदां हो गया, इसे करके जयराम जिम्मेवारी नहीं चुकते, ये बेपरवाह ने, वो किसी की परवाह नहीं करते। अज गुरु नानक साहब जी वास्ते परिवार का कोई रिश्ता वड्डा नहीं है। जे सच्ची रिश्तिਆਂ की कोई वडियाई करते होंदे ना गुरु साहब, बाबा लखमी चंद का जन्म होया, सारे परिवार ने आके बधाइयां दित्तियां, मर्द ने बुलाया ही नहीं किसी को। कहते पातशाह आप जी के घरे पुत्र होया, आओ चरण ते पाओ, सीसे हत्थ ते रखो, गोद विच ते लो। बुलाया नहीं गुरु साहब ने 6 महीने किसी को, भावें जयराम सी, भावें अपने सगे भैन जी ने, नहीं बोले किसी। छड़ दिते दुनिया के रिश्ते सारे बेपरवाही दी हालत। जंगलों च रहिंदे ने, बड़ियां मसाणा विच रहिंदे ने, धूड़ पा लैंदे मुर्दियां दी अपने सिर विच, विखाउंदे ने दुनिया नूं। इत्थे सच कुछ नहीं है, जो दिसदा है सब मथेना है, मिथ्या है, झूठा है। हुण नवाब अंदरों अंदर अपने आप विस घोलदा है,
ਵੀ ਕੱਲ ਤੱਕ ਜਿਹੜੇ ਨਾਨਕ ਜੀ ਮੈਨੂੰ ਸਲਾਮਾਂ ਕਰਦੇ ਸੀ, ਮੇਰਾ ਇੱਕ ਬੋਲ ਕਹੇ ਤੋਂ ਭੱਜੇ ਆਉਂਦੇ ਸੀ, ਅੱਜ ਐਡੀ ਵੱਡੀ ਆਕੜ। ਕੀ ਸ਼ਮਸ਼ਾਨ 'ਚ ਬਹਿ ਗਏ, ਕਾਹਦੇ ਫਕੀਰ ਬਣ ਗਏ, ਰਾਜਿਆਂ ਦੀ ਇੱਜ਼ਤ ਭੁੱਲ ਗਏ ਨੇ। ਸੁਣੀ ਖਾਨ ਨਿਜ ਕਾਨ ਸਾਨੋ ਮਨ ਕਨੋ ਮਸ਼ਕਰ ਸਾਈ ਸਮੀਰ ਭਗਨ ਚਹਿ ਮਨ ਮਨੋ। ਉਸੇ ਵੇਲੇ ਨਵਾਬ ਸਾਹਿਬ ਨੇ ਇੱਕ ਹੋਰ ਸਿਪਾਹੀ ਕੋਲ ਬੈਠਾ ਉਹਨੂੰ ਬੁਲਾਇਆ, ਜਿਹਦਾ ਰੁਤਬਾ ਵੱਡਾ ਸੀ। ਕਹਿੰਦੇ ਤੂੰ ਜਾ, ਭੇਜਿਆ ਕਿਹਨੂੰ? ਦਰੋਹੇ ਨੂੰ। ਕਹਿੰਦਾ ਜੀ ਮੈਂ ਜਾਵਾਂ? ਕਹਿੰਦੇ ਬਿਲਕੁਲ। ਜੇ ਤੇ ਆਉਂਦਾ ਪਿਆਰ ਨਾਲ ਉਹਦੇ ਸ਼ਬਦ ਇਹੀ ਸੀ, ਕਿਉਂਕਿ ਉਹ ਗੁਰੂ ਸਾਹਿਬ ਨੂੰ ਰੱਬ ਨਹੀਂ ਜਾਣਦਾ, ਉਹ ਸਿਰਫ ਇਹ ਜਾਣਦਾ ਵੀ ਗੁਰੂ ਨਾਨਕ ਸਾਹਿਬ ਮੇਰੇ ਮੋਦੀ ਤੇ ਕੰਮ ਕਰਨ ਵਾਲੇ ਸੀ, ਮੋਦੀ ਖਾਨੇ 'ਚ ਕੀ ਨੇ, ਸੇਵਾਦਾਰ ਨੇ, ਨੌਕਰ ਹੋਣਗੇ ਦੁਨਿਆਵੀ ਗਿਣਤੀ 'ਚ। ਕਹਿੰਦਾ ਜੇ ਪਿਆਰ ਨਾਲ ਆਉਂਦੇ ਠੀਕ ਹੈ, ਨਹੀਂ ਖਿੱਚ ਧੂ ਕੇ ਲੈ ਕੇ ਆਓ। ਭਾਈ ਬਾਲਾ ਜੀ ਕਹਿੰਦੇ ਸਮਝ ਲਓ ਵੀ ਨਵਾਬ ਹੈ ਮੱਛਰ, ਇੱਕ ਛੋਟਾ ਜਿਹਾ ਮੱਛਰ ਸੁਮੇਰ ਪਰਬਤ ਨੂੰ ਟੱਕਰ ਮਾਰਨ ਚੱਲਿਆ। ਔਕਾਤ ਕੀ ਹੈ ਨਵਾਬ ਦੀ? ਵੇਖਿਆ ਗੁਰੂ ਸਾਹਿਬ ਦੇ ਰੱਬ ਅੱਗੇ ਬੰਦਾ ਆਖੇ ਮੈਂ ਆਹ ਕਰ ਦੂੰ ਆਹ ਕਰ ਦੂੰ, ਕੀ ਕਰ ਸਕਦਾ ਬੰਦਾ? ਕੱਖ ਵੀ ਨਹੀਂ ਕਰ ਸਕਦਾ। ਬੰਦਾ ਖੁਦ ਨੂੰ ਨਹੀਂ ਬਚਾ ਸਕਦਾ, ਆਪਣਿਆਂ ਨੂੰ ਨਹੀਂ ਬਚਾ ਸਕਦਾ, ਕੀ ਕਰੂ ਇਹ? ਪਰ ਚਲੋ ਨਵਾਬ ਸੀ, ਅੰਦਰ ਹਉਮੈ ਸੀ, ਥੋੜਾ ਹੁੰਦਾ ਹਰ ਬੰਦੇ ਅੰਦਰ। ਨਵਾਬ ਕਹਿੰਦਾ ਜਾਓ ਲੈ ਕੇ ਆਓ, ਪਹਿਲਾਂ ਤੇ ਪਿਆਰ ਨਾਲ ਮਨਾਓ ਵੀ ਦੇਖ ਫਕੀਰ ਹੋਏਗਾ, ਬਾਹਰ ਹੋਏਗਾ, ਦਰਬਾਰ 'ਚ ਕੋਈ ਫਕੀਰ ਹੋਈ ਨਹੀਂ ਕਰਦੀ। ਤੇਰਾ ਹਿਸਾਬ ਕਿਤਾਬ ਮੋਦੀ ਖਾਨੇ ਵਿੱਚ ਚੱਲਦਾ ਸੀ, ਗੁਰੂ ਸਾਹਿਬ ਨੇ ਸਪਸ਼ਟ ਕਹਿਤਾ ਸੀ, ਕਹਿੰਦੇ ਜਦ ਅਸੀਂ ਤੇਰੇ ਮੋਦੀ ਸੀ, ਤੈਨੂੰ ਮੱਥੇ ਟੇਕਦੇ ਸੀ, ਤੇਰੇ ਬੁਲਾਇਆ ਆਉਂਦੇ ਸੀ, ਹੁਣ ਥੋੜੀ ਆਵਾਂਗੇ, ਤੂੰ ਸਾਡਾ ਕੀ ਲੱਗਦਾ? ਇਹ ਸ਼ਬਦ ਚੁੱਪੇ ਸੀ ਨਵਾਬ ਸਾਹਿਬ, ਤੇ ਜੈ ਰਾਮ ਚੁੱਪ ਬੈਠੇ ਸੀ। ਜੈ ਰਾਮ ਕਹਿੰਦੇ ਨਵਾਬ ਸਾਹਿਬ ਮੈਂ ਇਸੇ ਕਰਕੇ ਹੀ ਫੈਸਲਾ ਨਹੀਂ ਲੈਂਦਾ, ਆਖੋ ਸਤਿਨਾਮ। ਮੈਨੂੰ ਪਤਾ ਜੇ ਤੁਹਾਡੀ ਪਰਵਾਹ ਨਹੀਂ ਕਰਦੇ ਤੇ ਮੇਰੀ ਕਰਨਗੇ। ਨਵਾਬ ਸਾਹਿਬ ਨੇ ਕਿਹਾ ਵੀ ਜੈ ਰਾਮ ਸਹੀ ਲਿਖਦੇ। ਤੇ ਮੂਲ ਚੰਦ ਕੀ ਕਹਿੰਦੇ ਆ? ਸਹੁਰਾ ਸਾਹਿਬ ਕਹਿੰਦੇ ਲਿਖ ਲਿਆ। ਤੁਸੀਂ ਕਹਿੰਦੇ ਹੋ ਫਕੀਰ ਹੈ, ਉਹ ਬੰਦਗੀ ਕਰਦਾ। ਨਵਾਬ ਸਾਹਿਬ ਉਹ ਤੇ ਤੁਹਾਨੂੰ ਵੀ ਟਿਚਰਾਂ ਕਰਦਾ, ਆਖੋ ਸਤਿਨਾਮ। ਕੋਈ ਆਪਣੇ ਹੀ ਹੁੰਦੇ ਆ ਜਿਹੜੇ ਇੱਕ ਵਾਰ ਦੂਜੇ ਪਾਸੇ ਫੜ ਜਾਂਦੇ ਆ ਕਿ ਤੂੰ ਸਾਡਾ ਕੀ ਕਰਦਾ। ਮੂਲ ਚੰਦ ਜੀ ਉਹ ਨੇ ਜੋ ਗੁਰੂ ਨਾਨਕ ਸਾਹਿਬ ਜੀ ਦੇ ਰਿਸ਼ਤੇ ਵਿੱਚ ਪਿਤਾ ਜੀ ਲੱਗਦੇ ਆ, ਸਹੁਰਾ ਸਾਹਿਬ, ਜਿਹੜੇ ਕਦੇ ਸੁੱਖਾਂ ਸੁੱਖਦੇ ਸੀ, ਪਾਣੀ ਵਾਰਦੇ ਸੀ। ਜਵਾਈ ਆਪਣੇ ਅੱਜ ਕੀ ਕਹਿ ਰਹੇ ਆ? ਕਹਿੰਦੇ ਉਹ ਕਮਲਾ ਹੋ ਗਿਆ, ਉਹਨੂੰ ਆਪਣੇ ਆਪ ਦਾ ਨਹੀਂ ਪਤਾ, ਸੰਤੁਲਨ ਗਵਾ ਚੁੱਕਾ ਆਪਣੇ ਦਿਮਾਗ ਦਾ। ਨਵਾਬ ਸਾਹਿਬ ਇੱਕ ਵਾਰ ਬੁਲਾ ਕੇ ਵੇਖ ਲਓ, ਜੇ ਮੰਨਦਾ ਠੀਕ ਹੈ ਤੇ ਮਾਇਆ ਸਾਨੂੰ ਦਿਓ। ਬਸ ਇੱਕੋ ਹੀ ਚੀਜ਼ ਹੈ, ਮਾਇਆ ਮਾਇਆ ਹਾਏ ਮਾਇਆ। 760 ਦਾ ਰੌਲਾ ਪਿਆ ਤੇ ਨਵਾਬ ਸਾਹਿਬ ਤੇ ਆਪ ਵਿਚਾਰੇ ਪਾਣੀ ਪਾਣੀ ਹੋਏ ਬੈਠੇ ਆ। ਇਸ ਕਰਕੇ ਗੁੱਸਾ ਆਇਆ ਹੋਇਆ ਵੀ ਜੇ ਗੁਰੂ ਨਾਨਕ ਸਾਹਿਬ ਮੇਰੇ ਦਰਬਾਰ 'ਚ ਨਾ ਆਏ ਤੇ ਮੇਰੀ ਕੀ ਇੱਜ਼ਤ ਹੈ? ਰਹੂ ਇੱਜ਼ਤ? ਲੋਕ ਕੀ ਕਹਿਣਗੇ ਰਾਜਾ ਬਣਿਆ ਫਿਰਦਾ, ਲੈ ਇੱਕ ਫਕੀਰ ਨਹੀਂ ਪਰਵਾਹ ਕਰਦਾ। ਉਹਨੇ ਜਵਾਬ ਦੇਤਾ, ਇਹਨੂੰ ਬੇਇੱਜ਼ਤ ਕੀਤਾ ਏ। ਕਹੇ ਕਿਆ ਨਹੁ ਗਹੀ ਕਹੇ ਜੇ ਨਾ ਆਵਈ, ਹੋ ਜਾਹੋ ਅਬੈ ਸਮਝਾਹੋ ਬੋਹਰ ਪਛਤਾਵਈ। ਦਰੋਗਾ ਜੀ ਕਹਿੰਦੇ ਜੀ ਮੈਂ ਫਿਰ ਕੱਲਾ ਨਹੀਂ ਜਾਂਦਾ, ਜੇ ਪਹਿਲਾ ਬਰੰਗ ਚਿੱਠੀ ਵਾਂਗੂ ਆਇਆ ਤੇ ਮੈਨੂੰ ਕੀ ਦਵਾਰ ਲੈ। ਨਵਾਬ ਸਾਹਿਬ ਕਹਿੰਦਾ 4 ਸਿਪਾਹੀ ਲੈ ਜਾ, ਜੇ ਨਹੀਂ ਮੰਨੂ ਤੇ ਚੁੱਕ ਲਿਆਇਓ। 2 ਜਣੇ ਲੱਤਾਂ ਫੜਿਓ, 2 ਜਣੇ ਫੜਿਓ ਬਾਹਾਂ। ਇਹਨਾਂ ਦੇ ਬਾਹਰ ਹੋਣੀ ਸਖਤ ਹੋ ਰਹੇ। ਨਵਾਬ ਸਾਹਿਬ ਜੈ ਰਾਮ ਜੀ ਨੂੰ ਚਿੰਤਾ ਪੈ ਗਈ ਵੀ ਇਹ ਲੋਕ ਚੱਲੇ ਨੇ, ਹੈ ਮੂਰਖ ਨੇ, ਨਾ ਵੱਧ ਘੱਟ ਬੋਲ ਦੇਣਾ। ਉਹਨਾਂ ਕੋਈ ਅੱਗੋਂ ਬਚਨ ਕਹਿਤਾ, ਹੋ ਸਕਦਾ ਕੱਖ ਨਾ ਰਹੇ, ਆਖੋ ਸਤਿਨਾਮ। ਰੱਬ ਦੇ ਪਿਆਰੇ ਸੋਚ ਸਮਝ ਕੇ ਥੋੜਾ ਬੋਲਦੇ ਆ, ਜੋ ਬੋਲਣਾ ਸਹਿ ਸੁਭਾਅ ਬੋਲ ਦੇਣਾ ਹੈ। ਮਨ ਹੀ ਮਨ ਚਿੰਤਾ ਪੈ ਗਈ ਵੀ ਜੇ ਗੁਰੂ ਸਾਹਿਬ ਇੱਥੇ ਆਉਣਗੇ, ਸਤਿਗੁਰ ਇਹ ਨਾ ਸੋਚਣ ਵੀ ਜੈ ਰਾਮ ਇੱਥੇ ਕੀ ਕਰਦੇ ਆ, ਸੋਹਰਾ ਸਾਹਿਬ ਇੱਥੇ ਕੀ ਕਰਦੇ ਆ। ਮਤਲਬ ਆਪਣੇ ਹੀ ਨੇ ਕਚਹਿਰੀ 'ਚ ਖੜਾ ਕਰਨ ਵਾਲੇ। 100 ਵਾਰ ਸੋਚਣਾ ਪੈਂਦਾ। ਕਹਿੰਦੇ ਜੈ ਰਾਮ ਜੀ ਦੇ ਅੰਦਰ ਚਿੰਤਾ ਘੋਲਣਾ ਨੂੰ ਖਾਣਾ ਕੀ ਬਣੂਗਾ। ਜੇ ਗੁਰੂ ਸਾਹਿਬ ਨਾ ਆਏ ਤੇ ਹੋ ਸਕਦਾ ਨਵਾਬ ਸਾਹਿਬ ਸਾਡੇ ਨਾਲ ਰੁੱਸ ਜਾਣ ਵੀ ਵੇਖੋ ਸਾਡੀ ਗੱਲ ਨਹੀਂ ਮੰਨਦਾ, ਇੱਦਾਂ ਕਰਦੇ ਆ। ਜੇ ਮਰਦ ਆ ਗਏ ਤੇ ਸੱਚੇ ਪਾਤਸ਼ਾਹ ਕਹਿਣਗੇ ਸ਼ਿਕਾਇਤ ਕਰਤਾ ਆਪਣੀ, ਦੁਬਦਾ ਹੋਰ ਵੱਧ ਗਈ ਨਾ। ਨਵਾਬ ਸਾਹਿਬ ਦਾ ਬਚਨ ਮੰਨ ਕੇ 4-5 ਵਿਅਕਤੀ ਚੱਲੇ ਨੇ, ਖੁਸ਼ ਹੋ ਕੇ ਚੱਲੇ ਨੇ। ਕਹਿੰਦੇ ਹੁਣ ਮਨਾਉਣਾ ਮਨਾਉਣਾ ਬਹੁਤਾ ਨਹੀਂ ਹੈ, ਮੰਨਿਆ ਠੀਕ ਹੈ, ਨਹੀਂ ਮੰਨਿਆ ਮੰਨਾਂਗੇ। ਦੇਰ ਹੀਨ ਨਰ ਫੇਰ ਹੀਰ ਕਹਿ ਜਾਏ ਕਹਿ
ਵੇਗ ਚਲੋਏ ਕਬੀਰ ਜਿਦੇ ਹਰ ਖਾਏ ਕੈ। ਆਗੇ ਚੱਲ ਕੇ ਸ਼ਮਸ਼ਾਨ ਦੇ ਵਿੱਚ ਪਹਿਲਾਂ ਤੇ ਬੜੇ ਮਿੱਠੇ ਜਿਹੇ ਹੋ ਕੇ ਹੱਥ ਜੋੜ ਕੇ ਬੇਨਤੀ ਕਰਦੇ, ਕਹਿੰਦੇ ਨਾਨਕ ਜੀ ਨਵਾਬ ਸਾਹਿਬ ਤੁਹਾਨੂੰ ਬੜੇ ਅਦਬ ਨਾਲ ਬੜੇ ਪਿਆਰ ਨਾਲ ਬੁਲਾਉਂਦੇ ਆ, ਜੇ ਤੁਸੀਂ ਕਿਰਪਾ ਕਰੋ ਨਾ ਕੁਛ ਘੜੀਆਂ ਲਈ ਆਲੂ, ਬਸ ਗੱਲਬਾਤ ਹੀ ਉਹਨਾਂ ਨੇ ਕਰਨੀ ਹੈ, ਕਹਿਣਾ ਗੁਣਾ ਤੁਹਾਨੂੰ ਕੁਛ ਨਹੀਂ ਹੈ, ਤੁਹਾਡਾ ਮਨ ਮੰਨੂਗਾ, ਹਾਂ ਕਰ ਦਿਓ। ਉਹਨਾਂ ਗੱਲ ਹੀ ਦੱਸੀ ਗੱਲ ਕੀ, ਕਿਉਂਕਿ ਇਹ ਕਚਹਿਰੀ ਦੇ ਸਖਤ ਰੂਲ ਹੁੰਦੇ ਆ। ਅੱਜ ਵੀ ਅਦਾਲਤਾਂ ਦੇ ਵਿੱਚੋਂ ਨਾ ਕਲੋਜ਼ਰ ਰਿਪੋਰਟਾਂ ਨਿਕਲਦੇ, ਬੜਾ ਕੁਝ ਐਸਾ ਹੁੰਦਾ ਹੈ ਜੋ ਸੀਕ੍ਰੇਟ ਰੱਖਣੇ ਪੈਂਦੇ ਆ। ਜੇ ਇਹਨਾਂ ਨੇ ਜਾ ਕੇ ਦੱਸਤਾ ਸਾਰਾ ਕੁਝ, ਫਿਰ ਉੱਥੇ ਅਦਾਲਤ ਜਾਣ ਦਾ ਕੀ ਫਾਇਦਾ, ਕਚਹਿਰੀ ਜਾਣ ਦਾ ਕੀ ਫਾਇਦਾ, ਫਿਰ ਤੇ ਇਨਸਾਫ ਕਰਕੇ। ਗੁਰੂ ਨਾਨਕ ਸਾਹਿਬ ਜੀ ਨੂੰ ਆਖਣ, ਕਹਿੰਦੇ ਜੀ ਤੁਹਾਨੂੰ ਬੁਲਾਇਆ ਹੈ, 5 7 10 ਮਿੰਟ ਦੀ ਗੱਲ ਹੋਊਗੀ, ਇੱਕ ਘੜੀ ਦੀ ਗੱਲ ਹੋਊ, ਸੁਣ ਕੇ ਵਾਪਸ ਆ ਜਾਇਓ। ਮਰਦ ਕਹਿੰਦੇ ਭਾਈ ਸਾਡਾ ਲੈਣ ਦੇਣ ਕੋਈ, ਅਸੀਂ ਕੀ ਕਰਨਾ ਹੈ? ਕਹਿੰਦੇ ਮੋਦੀ ਖਾਨੇ ਦਾ ਹਿਸਾਬ ਕਿਤਾਬ ਹੈ ਕੋਈ। ਮਰਦ ਕਹਿੰਦੇ ਹਿਸਾਬ ਪੂਰਾ ਵੀ ਹੋ ਗਿਆ, ਕਿਹੜਾ ਹਿਸਾਬ ਰਹਿ ਗਿਆ? ਜਦ ਮੋਦੀ ਖਾਨਾ ਹੀ ਛੱਡ ਦਿੱਤਾ, ਫਿਰ ਹਿਸਾਬ ਕਿਤਾਬ ਉਦੋਂ ਲੈਣਾ ਕੀ ਹੈ? ਨਤਰ ਜਿਸੈ ਮਨ ਖਾਨ ਮੰਗਾਏ ਗਹਾਏ ਕੈ। ਹੋ ਭਲੀ ਬਾਤ ਹੈ ਆਪ ਚਲੋ ਸੁਖ ਪਾਏ ਕੈ। ਬਰੋੜਾ ਜੀ ਕਹਿੰਦੇ ਜੀ ਹੱਥ ਜੋੜ ਕੇ ਬੇਨਤੀ ਕਰਦੇ ਆ, ਜੇ ਨਵਾਬ ਸਾਹਿਬ ਗੁੱਸੇ ਹੋ ਗਏ, ਹੋ ਸਕਦਾ ਕੋਈ ਕਿਸੇ ਦਾ ਨੁਕਸਾਨ ਹੋਵੇ। ਤੁਹਾਡੇ ਜੀਜਾ ਜੈ ਰਾਮ ਜੀ ਕਚਹਿਰੀ 'ਚ ਬੈਠੇ ਆ ਤੇ ਤੁਸੀਂ ਪਿਆਰ ਨਾਲ ਚੱਲੋ ਤੇ ਕਿੰਨਾ ਚੰਗਾ ਹੈ। ਮਰਜ਼ੀ ਨਾਲ ਆ ਜਾਇਓ, ਛੱਡ ਜਾਵਾਂਗੇ ਤੁਹਾਨੂੰ, ਜੇ ਨਹੀਂ ਜਾਓਗੇ ਸਾਨੂੰ ਫਿਰ ਸਖਤੀ ਕਰਨੀ ਪੈਣੀ, ਲੈ ਕੇ ਜਾਣਾ। ਜਦੋਂ ਗੁਰੂ ਨਾਨਕ ਸਾਹਿਬ ਜੀ ਨੇ ਜੀਜਾ ਜੈ ਰਾਮ ਜੀ ਦਾ ਨਾਮ ਸੁਣਿਆ, ਮਨ ਵਿੱਚ ਦਇਆ ਆਈ, ਤਰਸ ਆਇਆ। ਉਹ ਕਿਉਂ ਬੈਠੇ ਆ? ਸਾਡੀ ਵਜ੍ਹਾ ਕਰਕੇ ਉਹਨਾਂ ਨੂੰ ਨਵਾਬ ਦੇ ਕੋਲ ਬਹਿਣਾ ਪੈ ਗਿਆ। ਇਹ ਆ ਪੀੜ, ਅੰਦਰ ਦੀ ਜਾਣਦੇ ਆ, ਘੱਟ ਘੱਟ ਕੇ ਅੰਦਰ ਕੀ ਜਾਣਤ, ਭਲੇ ਬੁਰੇ ਕੀ ਪੀਰ ਪਛਾਣ। ਦਿਲ ਦੀਆਂ ਪੀੜਾਂ ਨੂੰ ਜਾਣਨ ਵਾਲੇ ਗੁਰੂ ਨਾਨਕ ਪਾਤਸ਼ਾਹ ਇਹਨਾਂ ਨੂੰ ਕਹਿੰਦੇ, ਜੇ ਅਸੀਂ ਨਹੀਂ ਜਾਵਾਂਗੇ ਕੀ ਕਰੋਗੇ? ਕਹਿੰਦੇ ਜੀ ਸਖਤੀ ਵਰਤਾਂਗੇ, ਹੋ ਸਕਦਾ ਨਵਾਬ ਸਾਹਿਬ ਤੁਹਾਡੇ ਨਾਲ ਲੜ ਪੈਣ, ਤੁਸੀਂ ਫਕੀਰ ਦਰਵੇਸ਼ ਬੰਦੇ ਹੋ, ਇਹਨਾਂ ਝਗੜਿਆਂ ਤੋਂ ਕੀ ਲੈਣਾ? ਸਾਡੇ ਨਾਲ ਅਦਬ ਸਤਿਕਾਰ ਪਿਆਰ ਦੇ ਨਾਲ ਕਚਹਿਰੀ ਵਿੱਚ ਚੱਲੋ। ਸੁਣਿਓ ਸਰੋਣ ਸੁਖ ਰਾਜ ਸਹਿਜ ਮੁਸਕਤ ਚਲੇ। ਮੰਦਮਤੀ ਮਨ ਮੂੜ ਦਿਨ ਤੇ ਮਤ ਭਲੇ। ਗੁਰੂ ਨਾਨਕ ਸਾਹਿਬ ਮਹਾਰਾਜ ਸੁਣ ਕੇ ਨਾ ਇਹਨਾਂ ਸਿਪਾਹੀਆਂ ਦੀਆਂ ਗੱਲਾਂ ਖਿੜਖੜਾ ਕੇ ਹੱਸੇ ਦੀ ਸ਼ਮਸ਼ਾਨ ਚ, ਕਬਰਸਤਾਨਾਂ 'ਚ ਬੈਠੇ ਆ, ਬਹੁਤ ਹੱਸੇ। ਕਿੰਨੀ ਦੇਰ ਹੱਸਦੇ ਰਹੇ। ਉਹ ਇੱਕ ਦੂਜੇ ਵੱਲ ਵੇਖਦੇ, ਕਹਿੰਦੇ ਸੱਚੀ ਝੱਲਾ ਹੋ ਗਈ। ਬੁਲਾਇਆ ਖਾਨ ਸਾਹਿਬ ਨੇ, ਦੰਦਗੜੀ ਕਰਨਾ। ਦੇਖੋ ਸਿਪਾਹੀ ਦੇ ਵਿਚਾਰੇ, ਉਹਨਾਂ ਨੂੰ ਕੀ ਪਤਾ ਇਹਨਾਂ ਗੱਲਾਂ ਦਾ ਅਵਸਥਾ ਕਿੱਥੇ ਹੈ। ਮਰਦ ਜਾਣਦੇ। ਭਾਈ ਬਾਲਾ ਜੀ ਕਹਿੰਦੇ ਆ, ਗੁਰੂ ਅੰਗਦ ਦੇ ਪਾਤਸ਼ਾਹ, ਇੱਕ ਮੂਰਖ ਬੰਦੇ ਨਵਾਬ ਨੂੰ ਮੱਤ ਦੇਣ ਲਈ ਰੱਬ ਸ਼ਮਸ਼ਾਨਾਂ ਤੋਂ ਉੱਠ ਕੇ ਤੁਰ ਪਿਆ। ਆਖੋ ਸਤਿਨਾਮ। ਸ਼ਮਸ਼ਾਨ ਚੋਂ ਸਤਿਗੁਰ ਨੰਗੇ ਪੈਰ ਤੁਰੇ ਜਾਂਦੇ, ਨਾਲ ਸਿਪਾਹੀ ਜਾਂਦੇ, ਹੱਸਦੇ ਜਾਂਦੇ। ਲੋਕੀ ਕਹਿੰਦੇ ਅੱਜ ਫੇਰ ਕੁਝ ਕਰਤਾ ਹੋਣਾ, ਫੜ ਕੇ ਲੈ ਗਏ। ਉਹ ਦੁਨੀਆ ਦਾ ਜੇਲ੍ਹ ਹੋ ਗਈ ਹੈ, ਕਿਸੇ ਨੂੰ ਕੀ ਪਤਾ ਹੈ। ਤੁਹਾਡਾ ਕੋਈ ਮਿੱਤਰ ਪਿਆਰਾ ਪੁਲਿਸ ਵਾਲਾ ਤੁਹਾਡੇ ਘਰ ਆਏ, ਲੋਕੀ ਕਹਿੰਦੇ ਹੋਏ ਉਹਨਾਂ ਦੇ ਘਰ ਪੁਲਿਸ ਆਈ ਹੋਈ ਸੀ, ਪਤਾ ਨਹੀਂ ਕੀ ਕਰਕੇ ਆਇਆ ਅਗਲਾ ਪਾਰਟੀ ਕਰਨ। ਇਹ ਜ਼ਮਾਨਾ ਹੈ ਜੀ, ਜੋ ਦਿਲ ਨੂੰ ਭਾਉਂਦਾ ਬੰਦਾ ਗੱਲਾਂ ਕਰ ਲੈਂਦਾ ਹੈ। ਲੋਕ ਉਸ ਵੇਲੇ ਗੱਲਾਂ ਕਰਨ ਲੱਗੇ, ਕਹਿੰਦੇ ਅੱਜ ਫੇਰ ਕਿਸੇ ਨੂੰ ਕੁਝ ਬੋਲਤਾ ਹੋਣਾ, ਨਵਾਬ ਦੀ ਕਚਹਿਰੀ ਵਿੱਚ ਪੇਸ਼ੀ ਹੈ। ਕਹਿੰਦੇ ਇਹ ਨਹੀਂ ਸੁਣ ਸਕਦਾ, ਇਹ ਕਾਹਦਾ ਫਕੀਰ ਹੈ, ਇਹ ਚਿੰਤਾ 'ਚ ਪਿਆ ਹੋਇਆ ਹੈ, ਵਾਧੇ ਘਾਟੇ ਕਰਦਾ ਰਹਿੰਦਾ ਏ। ਬੇਦੇ ਕੇਤ ਨਕੇਤ ਗਏ ਹੀ ਤੈ ਜਹੀ। ਹੋ ਕਲ ਕਲ ਮਲ ਬਲ ਬਲਤ ਉਹ ਵਾਰਨ ਤਿਸ ਸਹੀ। ਦੁਨੀਆ ਦੇ ਦੁੱਖਾਂ ਨੂੰ ਕੱਟਣ ਵਾਲੇ, ਦੁਖੀਆਂ ਨੂੰ ਸੁੱਖ ਦੇਣ ਵਾਲੇ ਗੁਰੂ ਨਾਨਕ ਸਾਹਿਬ ਮਹਾਰਾਜ ਬੜੇ ਆਰਾਮ ਨਾਲ, ਆਨੰਦ ਨਾਲ ਤੁਰੇ ਜਾ ਰਹੇ ਨਵਾਬ ਦੀ ਕਚਹਿਰੀ ਵੱਲ, ਹਿੱਕ ਤਾਣ ਕੇ ਜਾ ਰਹੇ। ਸਭ ਵੱਲ ਵੇਖਦੇ, ਕਈ ਨਮਸਕਾਰ ਵੀ ਕਰਦੇ ਆ, ਵਕੀਲ ਜਾਣ ਸਭ ਜਾਣਗੇ। ਕਈ ਮਖੌਲਾਂ ਕਰਦੇ ਆ, ਕਹਿੰਦੇ ਚੰਗਾ ਭਲਾ ਸੀ ਜਿੱਧਰ ਦਾ ਮੋਦੀ ਖਾਨਾ ਛੱਡਿਆ, ਹਾਲ ਵੇਖ ਲਾ ਕੱਪੜੇ ਵੀ ਪਾਟੀ ਪਏ। ਵੇਖੋ ਆਪਣੀ ਆਪਣੀ ਸੋਝੀ, ਜਿੰਨੇ ਕਿ ਕਿਸੇ ਨੂੰ ਹੁੰਦੀ ਬੰਦਾ ਉਹਨੇ ਗੱਲ ਕਰ ਲੈਂਦੇ, ਆਪਣੀ ਔਕਾਤ ਤੋਂ ਵੱਡੀ ਗੱਲ ਨਹੀਂ ਕਰ ਸਕਦੇ। ਗੁਰੂ ਸਾਹਿਬ ਵੇਖ ਕੇ ਮੁਸਕਰਾ ਪੈਂਦੇ ਨੇ ਸਾਰੇ, ਕਿਸੇ ਨੂੰ ਕੁਛ ਨਾ ਆਖਿਆ। ਸਿਪਾਹੀ ਅੰਦਰੋਂ ਅੰਦਰ ਬੜੇ ਖੁਸ਼ ਨੇ ਵੀ ਚੱਲ ਸ਼ੁਕਰ ਹੈ ਪੂਰੀ ਪੈ ਗਈ ਸਾਡੀ। ਅਸੀਂ ਫਕੀਰ ਜੀ ਨੂੰ ਨਾਲ ਲੈ ਕੇ ਚੱਲੇ ਆ, ਨਾਨਕ ਜੀ ਚੱਲੇ, ਸਾਡਾ ਤੇ ਮਕਸਦ ਪਹੁੰਚਾਉਣਾ ਹੀ ਹੈ।
ਭਾਵੇਂ ਜਾ ਕੇ ਲੜਨ, ਭਾਵੇਂ ਗੱਲ ਮੰਨਣ, ਭਾਵੇਂ ਅੜਨ, ਭਾਵੇਂ ਨਾ ਮੰਨਣ, ਇਹ ਨਵਾਬ ਜਾਣੇ। ਗਏ ਠੰਡ ਤੈ ਭਏ ਕਿਉਂ ਨ ਸਲਾਮ ਕੋ, ਤੀਰਥ ਉਰਿਸ ਸਰਸ ਖਾਨ ਮਨ ਬਾਮ ਕੋ। ਕਚਹਿਰੀ ਵਿੱਚ ਭੀੜ ਬੜੀ ਆ ਜੀ, ਵਜ਼ੀਰ ਬੜੇ ਬੈਠੇ ਨੇ, ਸਿਪਾਹੀ ਆਏ ਚੁੱਕੇ ਕਹਿੰਦੇ ਸਲਾਮ ਅਲੈਕੁਮ। ਵਾਲੇਕੁਮ ਸਲਾਮ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਦਿਨਾਂ ਤੋਂ ਬਾਅਦ ਆਏ ਨਾ, ਪਹਿਲਾਂ ਹੀ ਅੰਦਰ ਵੜ ਗਏ। ਸੱਚੇ ਪਾਤਸ਼ਾਹ ਜਾ ਕੇ ਧੰਨ ਰਹੇ ਆ, ਬੜੇ ਆਰਾਮ। ਨਵਾਬ ਵੇਖਦਾ ਸਲਾਮ ਕਰੂਗਾ, ਝੁਕੂ, ਮੱਥਾ ਟੇਕੂ। ਅੱਗੇ ਦੇਖਦੇ ਸੀ ਜਦ ਵੀ ਗੁਰੂ ਸਾਹਿਬ ਆਉਂਦੇ ਸੀ ਕਹਿੰਦੇ ਸੀ ਸਲਾਮ ਮੀਆਂ ਸਲਾਮ, ਕਿਉਂਕਿ ਰੂਲ ਸੀ ਉਹਨਾਂ ਦਾ। ਇਸਲਾਮ ਦੀ ਸਰਕਾਰ ਹੈ, ਸਲਾਮ ਕਰਨੀ ਪੈਂਦੀ ਸੀ, ਸਲਾਮਾਂ ਲਈ ਲੈਣਾ ਪੈਂਦਾ ਸੀ। ਗੁਰੂ ਨਾਨਕ ਸਾਹਿਬ ਮਹਾਰਾਜ ਆ ਕੇ ਨਾ ਹਿੱਕ ਤਾਣ ਕੇ ਖੜੇ ਵੇਖਿਆ, ਮੂੰਹ ਚੰਦ ਜੀ ਬੈਠੇ, ਕੌਣ ਬੈਠਿਆ, ਜੈ ਰਾਮ ਬੈਠੇ। ਨਵਾਬ ਦੀ ਅੱਖ ਚੱਕ ਪਾਈ, ਨਵਾਬ ਨੂੰ ਖੇਡ ਚੜ ਗਈ ਕਿ ਪਹਿਲਾਂ ਤੇ ਕਹਿੰਦਾ ਸੀ ਨਵਾਬ ਕੌਣ ਹੈ, ਜੇ ਹੁਣ ਆਇਆ ਮੇਰਾ ਨੌਕਰ, ਮੇਰਾ ਸੇਵਾਦਾਰ, ਮੇਰੇ ਸਾਹਮਣੇ ਹਿੱਕ ਤਾਣੀ ਖੜੇ ਹੈ। ਉਹ ਵਿਚਾਰਾ ਦਰਿਆਵੀ ਤੌਰ ਤੇ ਸੋਚਦਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਫੇਰ ਸਿਪਾਹੀਆਂ ਨੇ ਆਖਿਆ, ਕਹਿੰਦੇ ਸਲਾਮ ਕਰੋ ਨਵਾਬ ਸਾਹਿਬ ਨੂੰ। ਜਿਵੇਂ ਸਾਹਿਬਜ਼ਾਦਿਆਂ ਨੂੰ ਕਹਿੰਦੇ ਸੀ ਨਾ ਵੀ ਇਹ ਪਾਪੀ ਨੂੰ ਸਲਾਮ ਕਰੋ ਜਿਹੜਾ ਵਜ਼ੀਰ ਖੜਾ, ਬੱਚੇ ਮੱਥਾ ਟੇਕੋ ਨਵਾਬ ਸਾਹਿਬ ਨੇ। ਸੁਣ ਕੇ ਹੱਸ ਪਏ। ਕਿਸੇ ਕਚਹਿਰੀ ਵਿੱਚ ਖੜ ਕੇ ਹੱਸਣਾ ਤੋਹੀਨ ਹੁੰਦੀ ਹੈ, ਨਰਾਦਰ ਕਰਨਾ ਹੁੰਦਾ ਹੈ। ਤੁਸੀਂ ਕਿਸੇ ਆਫਿਸ ਜਾ ਕੇ ਦੰਦ ਕੱਢੋ, ਅਗਲਾ ਕਹਿੰਦਾ ਗੈਟ ਆਊਟ, ਬਾਹਰ ਹੋ ਜਾਓ। ਅਦਾਲਤ ਵਿੱਚ ਹੱਸੋ, ਪੈਨਲਟੀ ਪੈ ਜਾਂਦੀ ਹੈ। ਪੁੱਛੋ ਉਹਦੇ ਸਿਆਣੇ। ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਮੁਸਕਰਾ ਕੇ ਨਾ ਆਲਾ ਦੁਆਲਾ ਵੇਖਣ ਲੱਗੇ, ਨਵਾਬ ਨੂੰ ਇੱਕ ਚੜੇ ਇੱਕ ਉਤਰੇ। ਵੀ ਪਹਿਲਾਂ ਤੇ ਕਹਿੰਦੇ ਸੀ ਨਵਾਬ ਕਿਹੜਾ ਮੈਂ ਨਹੀਂ ਜਾਣਦਾ, ਜੇ ਹੁਣ ਆਏ ਨੇ ਚੱਲ ਕੇ ਮੈਨੂੰ ਸਲਾਮ ਨਹੀਂ ਕੀਤੀ, ਮਤਲਬ ਮੇਰੀ ਤੋਹੀਨ ਹੈ, ਮੇਰੀ ਇੱਜ਼ਤ ਨਹੀਂ। ਉਹ ਜੋ ਹਕਾਰਿਓ ਤੋਹੇ ਨਾ ਆਇਓ ਕਿਆ ਠੱਟੀ, ਉਹ ਮੋਰ ਆਸੰਗ ਮੋਰ ਬੈਠਿਓ ਲੱਖ ਲਟੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਨਵਾਬ ਗੁੱਸੇ 'ਚ ਬੋਲਿਆ। ਗੁੱਸਾ ਤੇ ਇਹ ਹੈ ਵੀ ਮੈਨੂੰ ਸਤਿ ਸ੍ਰੀ ਅਕਾਲ ਨਹੀਂ ਬੁਲਾਈ, ਸਲਾਮ ਨਹੀਂ ਕੀਤੀ। ਉਹ ਤਾਂ ਕਹੇ ਨਾ ਉੱਥੇ ਲੋਕਾਂ 'ਚ ਪਤਾ ਕੀ ਕਹਿੰਦਾ। ਦੇਖੋ ਹਰੇਕ ਬੰਦੇ ਦਾ ਸੁਭਾਅ, ਗੱਲ ਕੋਈ ਹੋਰ ਹੁੰਦੀ ਹੈ, ਬੰਦਾ ਗੁੱਸਾ ਕਿਸੇ ਹੋਰ ਤਰੀਕੇ ਨਾਲ ਕਰ ਲੈ। ਖਿਜਿਆ ਪਿਆ ਨਵਾਬ ਸਾਹਿਬ ਨਾਲ, ਕਹਿੰਦਾ ਉਹ ਫਕੀਰਾ ਨਾਨਕ, ਕਿਉਂਕਿ ਉਹਦੇ ਲਈ ਗੁਰੂ ਸਾਹਿਬ ਨਹੀਂ ਨੇ ਨਾ ਉਹਨੂੰ ਸਮਝ ਹੈ। ਉਹ ਵਿਚਾਰਾ ਆਪਣੇ ਹਿਸਾਬ ਨਾਲ ਵੇਖਦਾ ਵੀ ਮੇਰੇ ਕੋਲ ਮੋਦੀ ਖਾਨੇ ਤੇ ਨੌਕਰੀ ਕਰਦੇ ਰਹੇ, ਉਸੇ ਹਿਸਾਬ ਨਾਲ ਬੁਲਾਉਂਦਾ ਹੈ। ਕਹਿੰਦਾ ਜਦੋਂ ਮੈਂ ਤੈਨੂੰ ਬੁਲਾਇਆ ਸੀ ਜਵਾਬ ਕਿਉਂ ਦਿੱਤਾ ਤੂੰ? ਕੌਣ ਹੁੰਦਾ ਜਵਾਬ ਦੇਣ ਵਾਲਾ? ਤੂੰ ਕਹਿੰਦਾ ਮੈਂ ਨਹੀਂ ਆਉਂਦਾ, ਤੈਨੂੰ ਪਤਾ ਨਹੀਂ ਜਵਾਬ ਦਾ ਮੇਰਾ, ਤੂੰ ਜਾਣਦਾ ਨਹੀਂ ਮੈਨੂੰ। ਝੜਕ ਕੇ ਸਾਧੂ ਹੁਕਮ ਤੇ ਗੁਰੂ ਸਾਹਿਬ ਨੂੰ ਵੇਖ ਹੱਸੀ ਜਾਂਦੇ, ਮੁਸਕਰਾ ਰਹੇ। ਨੌਜਵਾਨ ਚੜ੍ਹਦੀ ਕਲਾ ਉਮਰ ਵਿੱਚ ਗੁਰੂ ਨਾਨਕ ਸਾਹਿਬ ਨੇ ਗਲ ਕੱਪੜੀ ਪਾਈ ਹੋਈ ਹੈ, ਜਿਵੇਂ ਕਾਰ ਸੇ ਵਾਲਿਆਂ ਕੁੜਤੀ ਪਾਈ ਹੁੰਦੀ, ਚਲੋ ਤੇ ਬਾਬਾ ਜੀ ਬਦਲ ਲੱਗੀ ਹੁੰਦੀ ਹੈ। ਜਿਹੜੀ ਕੱਪੜੀ ਹੁੰਦੀ ਹੈ ਨਾ ਜੀ, ਬਸ ਕੱਪੜੀ ਨਹੀਂ ਹੁੰਦਾ ਉਹ ਕੱਪੜੀ ਹੁੰਦਾ ਹੈ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨਵਾਬ ਵੱਲ ਵੇਖ ਕੇ ਨਾ ਹਿੱਕ ਤਾਣ ਕੇ ਖੜੇ ਆ। ਨਵਾਬ ਨੂੰ ਅਜੇ ਵੀ ਸੀ ਵੀ ਜੇ ਕਿਤੇ ਸੁਣ ਸਣ ਕੇ ਜੇ ਏਦਾਂ ਨਹੀਂ ਕਰਦੇ, ਸਲਾਮ ਨਹੀਂ ਕਰਦੇ, ਪਤ ਰਹੇਗੀ ਮੇਰੀ, ਸਨਮਾਨ ਰਹੇਗਾ, ਕਿਉਂਕਿ ਦੁਨੀਆ ਸਲਾਮਾਂ ਕਰਦੀ ਹੈ ਨਵਾਬ ਸਾਹਿਬ ਨੂੰ। ਗੁਰੂ ਨਾਨਕ ਸਾਹਿਬ ਨੂੰ ਕਹਿੰਦਾ ਤੂੰ ਆਕੜਿਆ ਕਿਉਂ ਕਰਦੇ, ਤੇਰੇ ਕੋਲ ਸਿਪਾਹੀ ਭੇਜੇ ਨੇ, ਇੰਨਾ ਕਾਹਦਾ ਹੰਕਾਰ ਆ ਤੈਨੂੰ, ਮੇਰੇ ਬੁਲਾਇਆ ਆਉਂਦਾ ਨਹੀਂ। ਚਾਕਰ ਜਬੈ ਤਮਾਰ ਆਵਤੇ ਤੁਮ ਕਹੇ, ਤਜੀ ਕ੍ਰਿਤ ਅਬ ਸਬੈ ਨਰਾਰੇ ਹੋ ਰਹੇ। ਜਦ 2 ਵਾਰ ਨਵਾਬ ਦੌਲਤ ਖਾਨ ਨੇ ਆਖਿਆ ਤੂੰ ਮੇਰੇ ਬੁਲਾਇਆ ਕਿਉਂ ਨਹੀਂ ਆਇਆ, ਮੇਰੇ ਸੱਦਿਆਂ ਕਿਉਂ ਨਹੀਂ ਆਇਆ, ਮੈਂ ਤੈਨੂੰ ਹੁਕਮ ਕੀਤਾ 2 ਵਾਰ ਸਿਪਾਹੀ ਭੇਜੇ। ਫਿਰ ਸੱਚੀ ਸਰਕਾਰ ਬੋਲੇ ਗੁਰੂ ਨਾਨਕ ਸਾਹਿਬ, ਕਹਿੰਦੇ ਜਦ ਤੱਕ ਤੇਰਾ ਨੌਕਰ ਸੀ ਮੋਦੀ ਖਾਨੇ ਵਿੱਚ, ਤੇਰੇ ਇੱਕ ਸੱਦੇ ਤੋਂ ਆਉਂਦਾ ਸੀ ਨਵਾਬ ਸਿਆ, ਤੇਰਾ ਮੋਦੀ ਖਾਨਾ ਛੱਡਿਆ ਤੇ ਤੈਨੂੰ ਛੱਡਿਆ, ਤੂੰ ਹੈ ਕੌਣ? ਆਖੋ ਸਤਿਨਾਮ। ਉਹ ਨੇ ਆ ਨਵਾਬ ਤੇ ਕੁਛ ਵੀ ਨਹੀਂ, ਬਾਬਰ ਨੂੰ ਸਤਿਗੁਰ ਕਹਿੰਦੇ ਸੀ ਤੂੰ ਜਾਬਰ ਹੈ, ਤੂੰ ਜ਼ੁਲਮ ਕਰਦਾ ਏ, ਤੇਰੇ ਕੋਲ ਹੈ ਕੀ? ਬਿਠਾਓ ਇਹਨੂੰ ਚੱਕੀ ਕੀ ਸਰਦਾਓ, ਇਸੀ ਚੱਕੀ ਆਊਗਾ ਇਤਿਹਾਸ ਆਉਣ ਵਾਲੇ ਸਮੇਂ ਵਿੱਚ ਕੀ ਕੁਛ ਹੋਇਆ। ਐਡੀ ਵੱਡੀ ਜੁਰਤ ਦੇ ਮਾਲਕ ਸੀ ਗੁਰੂ ਨਾਨਕ ਸਾਹਿਬ ਮਹਾਰਾਜ। ਉਹੀ ਜੁਰਤ ਫਿਰ 10ਵੇਂ ਜਾਮੇ 'ਚ ਸ਼ਸਤਰਾਂ ਨਾਲ ਵਿਖਾਈ ਹੈ। ਇੱਕੋ ਹੀ ਜੋਤ ਹੈ, ਇੱਕੋ ਹੀ ਰੂਪ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਜਦ ਤੱਕ ਤੇਰਾ ਮੋਦੀ ਸੀ, ਜਦ ਤੱਕ ਤੇਰਾ ਸੇਵਾਦਾਰ ਸੀ, ਤੇਰੇ ਇੱਕ ਕਹੇ ਤੋਂ ਆਉਂਦਾ ਸੀ, ਤੈਨੂੰ ਸਜਦੇ ਕਰਦਾ ਸੀ, ਨਾ ਮੈਂ ਕਰਾਂ ਤੈਨੂੰ ਸਜਦਾ,
ते ना करा तैनूं सलाम ते ना मैं आवां तेरे सदे तो, मैं ते तैनूं जानदा ही नहीं कौन है। आखो सतनाम। हुण दसो जी नवाब की प्यार करूगा? दुनियावी बंदा कोई होवे ਉਹਦੀ ਤੁਸੀਂ कणक की लाभबाजी कर दो तो फिर कितनी इज्जत समझ नहीं होगी दਊਗਾ। नवाब का कर्म साह हो गया, गुस्सा चढ़िया हो गया भी फकीर ने भरे दरबार च मैनूं उंगल करके कहा भी तू कौन है? तू समझदा सी मेरे मोदी खाने के सेवादार ने। मर्द कहते मोदी खाना गया तेरी बादशाहत गई, तैनूं मैं नहीं जानदा कौन है। जब तक तू मेरा नवाब सी तैनूं सजदे करदा सी, हुण मत मान रखी ते ख्याल रखी कि फकीर कदे तेरे अगे झुकूगा। आखो सतनाम। खुंदक खा गया नवाब। खांदी है दुनिया। जो बंदा धर्म तो हीना होंदा ना जी, वो सोचता मैं किसी लत तोड़ दिया, मैं किसी का नुकसान करते शायद मैं बहुत बड़ा कर लिया। तो बंदिया रब ना मारे दुनिया के मारिया कोई नहीं मरता। गुरु नानक साहब महाराज नूं नीचा विखाना चाहुंदा नवाब भी इन्होंने इहो जे थां ते लिया के नुकसान करते हैं। याद रखन भी नवाब की तौहीन किदां करी दी है। जब ये दृश्य वेखिया कि जयराम की चिंता पै गई भी मसला कोई होर सी ते बन कोई होर गया। हुण तक ते रौला यही सी ना, पैसे भी तो डरे। गुरु साहब कहते नवाब दे आ, वो नवाब दुश्मन बन गया, दुश्मनी कर लगे। वो गुरु नानक साहब जी नाल लड़ना चाहता है। समा समापता जी जो कुछ भी होएगा ये प्रसंग एक तरीके के बड़े घातक ने। मैं घातक शब्द रखे क्योंकि अज तक सुल्तानपुर लोधी की धरती से ऐसा कभी होया ही नहीं कि वही नवाब है। जे कदे लोगों के मगर लग के सतगुरां ते शंका कर भी लैंदा सी ना, फिर उत्थे आके शरधा रखण लग जांदा सी। अज तो सतगुरां नूं कहंदा तू कौन है मैनूं सजदा नहीं करदा? कौन है तू? फकीर होएगा अपने घर होएगा, मेरे दरबार च तेन ऐदा ही होना पैना है, सजदा भी करना पैना है, सलाम दुआ भी करनी पऊ। मर्द कहते जोर कर फिर खड़ा लाया सतनाम। फिर झुका सकदा झुका ला। हुण गल की बन गई जी? हुण 760 का रौला है नहीं, नवा केस चल गया। जो कुछ होगा कल दे दीवाना च सरवण करांगे। वाहिगुरु 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 वाहिगुरु।